ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਨਾਲ। ਮੈਂ ਕਮਲਦੀਪ ਸਿੰਘ। ਤੁਸੀਂ ਦੇਖਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਨਿੱਜੀ ਸਕੂਲ ਜਿਹੜੇ ਨੇ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਰਹੇ ਨੇ। ਨਿੱਜੀ ਸਕੂਲ ਚਾਹੇ ਕਿਸੇ ਬੱਚੇ ਦੀ ਐਡਮਿਸ਼ਨ ਨੂੰ ਲੈ ਕੇ ਹੋਵੇ, ਚਾਹੇ ਸਕੂਲ ਚੋਂ ਕੱਢਣ ਨੂੰ ਲੈ ਕੇ ਹੋਵੇ, ਚਾਹੇ ਆਨਲਾਈਨ ਕਲਾਸਾਂ ਦੀ ਗੱਲ ਕਰੀਏ, ਚਾਹੇ ਕਿਸੇ ਵੀ ਵਿਸ਼ੇ ਦੀ ਗੱਲ ਕਰੀਏ, ਤਾਂ ਨਿੱਜੀ ਸਕੂਲ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਸੁਰਖੀਆਂ ਬਣੇ ਹੋਏ ਨੇ। ਹਰ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਚਾਹੇ ਉਹ ਕੋਈ ਫੇਸਬੁੱਕ ਤੇ ਖੁਦ ਪਰਸਨਲ ਮਾਂ-ਬਾਪ ਗੱਲ ਕਰਦੇ। ਪਰ ਅੱਜ ਅਸੀਂ ਉਹ ਮਾਮਲਾ ਲੈ ਕੇ ਆਏ ਕਿ ਅੱਜ ਮਾਂ-ਬਾਪ ਨਾਲ ਜੁੜਿਆ ਹੋਇਆ ਮਾਮਲਾ ਜ਼ਰੂਰ ਹੈ, ਪਰ ਇਹਦਾ ਮਾਮਲਾ ਜਿਹੜਾ ਵਾ ਉਹ ਦਰਜ ਇੱਕ ਪੱਤਰਕਾਰ ਤੇ ਹੋਇਆ। ਉਸ ਪੱਤਰਕਾਰ ਤੇ ਜਿਨੇ ਇੱਕ ਉਸ ਦੁਖਿਆਰੀ ਮਾਂ ਦੀ ਆਵਾਜ਼ ਚੁੱਕੀ। ਦੁਖਿਆਰੀ ਮਾਂ ਦਾ ਦੁੱਖ ਸੀਗਾ ਕਿ ਉਹ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਸੀ, ਫੀਸ ਅਫੋਰਡ ਨਹੀਂ ਕਰ ਸਕਦੀ ਸੀ। ਕਰੋਨਾ ਕਾਲ ਕਰਕੇ ਜਿਹੜਾ ਕਰੋਨਾ ਨੇ ਲੱਕ ਤੋੜਿਆ, ਉਹਦੇ ਵਿੱਚੋਂ ਫੀਸ ਨਹੀਂ ਦੇ ਸਕਦੀ ਸੀ। ਉਹਨੇ ਸਕੂਲ ਨੂੰ ਬੇਨਤੀ ਕੀਤੀ ਕਿ ਮੈਂ ਆਪਣੇ ਬੱਚੇ ਨੂੰ ਸਕੂਲ ਦੇ ਵਿੱਚੋਂ ਕੱਢ ਕੇ ਕਿਸੇ ਦੂਸਰੇ ਸਕੂਲ ਵਿੱਚ ਦਾਖਲ ਕਰਨਾ ਚਾਹੁੰਦੀ ਤੇ ਮੈਨੂੰ ਟ੍ਰਾਂਸਫਰ ਸਰਟੀਫਿਕੇਟ ਦਿੱਤਾ ਜਾਵੇ। ਪਰ ਸਕੂਲ ਨੇ ਟ੍ਰਾਂਸਫਰ ਸਰਟੀਫਿਕੇਟ ਦੇਣ ਦੇ ਨਾਮ ਤੇ ਵੀ ਉਹਨਾਂ ਨਾਲ ਧੋਖਾ ਕੀਤਾ ਤੇ ਟ੍ਰਾਂਸਫਰ ਸਰਟੀਫਿਕੇਟ ਦੇ ਵਿੱਚ ਬੱਚੇ ਨੂੰ ਐਬਸੈਂਟ ਦਿਖਾਇਆ ਗਿਆ। ਸੋ ਇਸ ਮਾਮਲੇ ਨੂੰ ਲੈ ਕੇ ਜਦੋਂ ਪੱਤਰਕਾਰ ਵੀਰ ਨੇ ਸਾਡੇ ਮਦਦ ਕੀਤੀ ਉਸ ਦੁਖਿਆਰੀ ਮਾਂ ਦੀ, ਉਹ ਖਬਰ ਚੱਲੀ ਤੇ ਖਬਰ ਚੱਲਣ ਤੋਂ ਬਾਅਦ ਵਿੱਚ ਉਸੇ ਹੀ ਨਿੱਜੀ ਸਕੂਲ ਦੇ ਨਾਲ ਸੰਬੰਧਿਤ ਸੇਮ ਕਾਲਜ ਦੇ ਵਿੱਚ ਪੜ੍ਹੇ ਹੋਏ ਐਸਐਸਪੀ ਜਿਹੜੇ ਸੀਗੇ, ਸੋ ਉਹਨਾਂ ਨੇ ਆਪਣੀ ਪਹੁੰਚ ਦਾ ਪੂਰਾ ਫਾਇਦਾ ਲੈਂਦਿਆਂ ਹੋਇਆਂ, ਆਪਣੀ ਪੋਸਟ ਦਾ ਫਾਇਦਾ ਲੈਂਦਿਆਂ ਹੋਇਆਂ ਉਸ ਪੱਤਰਕਾਰ ਦੇ ਉੱਤੇ 384 506 ਵਰਗੀ ਧਾਰਾ ਲਗਾ ਦਿੱਤੀ ਗਈ। ਸੋ ਅੱਜ ਸਾਡੇ ਨਾਲ ਉਹ ਪੱਤਰਕਾਰ ਮੌਜੂਦ ਨੇ। ਇਹ ਧਾਰਾ ਲਗਾ ਕੇ FIR ਜਿਹੜੀ ਆ 6/1/2021 ਨੂੰ ਦਰਜ ਹੋਈ ਹੈ। ਸੋ ਪੱਤਰਕਾਰ ਜਿਹੜੇ ਨੇ ਉਹ ਅੱਜ ਸਾਡੇ ਨਾਲ ਮੌਜੂਦ ਨੇ, ਕਿਉਂਕਿ ਅਸੀਂ ਵੀ ਪੱਤਰਕਾਰਤਾ ਕਰ ਰਹੇ ਹਾਂ ਤੇ ਇਹ ਵੀ ਪੱਤਰਕਾਰ ਨੇ, ਪਰ ਪੱਤਰਕਾਰ ਦਾ ਦੁੱਖ ਪੱਤਰਕਾਰ ਹੀ ਹਮੇਸ਼ਾ ਸਮਝ ਸਕਦੇ ਨੇ। ਸੋ ਅਸੀਂ ਜਗ ਜ਼ਾਹਰ ਕਰਨਾ ਚਾਹੁੰਦੇ ਹਾਂ ਉਸ ਵਕਤ ਮਾਮਲਾ ਕੀ ਹੋਇਆ। ਸੋ ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਰਮੇਸ਼ ਜੀ, ਅਸੀਂ ਜਾਣਨਾ ਚਾਹੁੰਦੇ ਹਾਂ ਵੀ ਇਹ ਘਟਨਾਕ੍ਰਮ ਕਿੱਥੋਂ ਸ਼ੁਰੂ ਹੋਇਆ ਤੇ ਕੀ ਗੱਲਬਾਤ ਸੀ, ਤੇ ਤਾਂ ਕਿ ਅਸੀਂ ਦਰਸ਼ਕਾਂ ਤੱਕ ਪਹੁੰਚਾ ਸਕੀਏ। ਸਭ ਤੋਂ ਪਹਿਲੇ ਤਾਂ ਮੈਂ ਨੈਸ਼ਨ ਪੋਸਟ ਦਾ ਧੰਨਵਾਦ ਕਰਾਂਗਾ, ਜਿਨ੍ਹਾਂ ਨੇ ਸੱਚ ਨੂੰ ਸਾਹਮਣੇ ਲਿਆਉਣ ਵਾਸਤੇ ਸਾਡੇ ਨਾਲ ਖੜੇ ਨੇ। ਕਮਲਦੀਪ ਜੀ, ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ। ਕਮਲਦੀਪ ਜੀ, ਬੇਸਿਕ ਦੇ ਵਿੱਚ ਇਹ ਮਾਮਲਾ ਸੀਗਾ ਜਦੋਂ ਇੱਕ ਦੁਖਿਆਰੀ ਮਾਂ ਦਾ ਮੈਨੂੰ ਫੋਨ ਆਇਆ ਕਿ ਸਾਡੇ ਬੱਚੇ ਨਾਲ ਬਹੁਤ ਜ਼ਿਆਦਾ ਸਕੂਲ ਵੱਲੋਂ ਧੱਕਾ ਹੋ ਰਿਹਾ ਤੇ ਤੁਸੀਂ ਆ ਕੇ ਇਸ ਚੀਜ਼ ਨੂੰ ਕਵਰ ਕਰਕੇ ਔਰ ਪਬਲਿਕ ਦੇ ਸਾਹਮਣੇ ਔਰ ਪ੍ਰਸ਼ਾਸਨ ਦੇ ਸਾਹਮਣੇ ਲਿਆਓ। ਔਰ ਉਸ ਚੀਜ਼ ਦਾ ਉਸ ਸਾਹਮਣੇ ਸੱਚ ਲਿਆਉਣ ਦਾ ਮੈਨੂੰ ਬਹੁਤ ਵੱਡਾ ਇੱਕ ਇਨਾਮ ਮਿਲਿਆ। ਦੁੱਖ ਇਸ ਚੀਜ਼ ਦਾ ਨਹੀਂ ਹੈ ਕਿ ਮੇਰੇ ਤੇ ਇੱਕ ਝੂਠੀ FIR ਹੋਈ ਹੈ, ਕਿਉਂਕਿ ਅਕਸਰ ਜਦੋਂ ਵੀ ਸੱਚ ਦੀ ਆਵਾਜ਼ ਉਠਾਈ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਇਨਾਮ ਦੇ ਵਿੱਚ ਝੂਠੀਆਂ FIRs ਜਾਂ ਫਿਰ ਧੱਕਾ ਹੀ ਹੁੰਦਾ ਹੈ। ਦੁੱਖ ਇਸ ਚੀਜ਼ ਦਾ ਹੈ, ਮੇਰੇ ਨਾਲ ਸਕੂਲ ਦੇ ਨਾਲ ਧੱਕਾ ਕਰਨ ਵਾਲੀ ਜਿਹੜੀ ਉਹ ਬਟਾਲਾ ਪੁਲਿਸ ਹੈ। ਬਟਾਲਾ ਪੁਲਿਸ ਦੇ ਕੁਝ ਅਧਿਕਾਰੀ ਜਿਨ੍ਹਾਂ ਨੇ ਮੇਰੇ ਨਾਲ ਧੱਕਾ ਕੀਤਾ। ਦੇਖੋ, ਇੱਕ ਉਹ ਪ੍ਰਸ਼ਾਸਨ, ਉਹ ਕਪਤਾਨ ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ ਦਿਵਾਉਣਾ ਹੁੰਦਾ ਹੈ, ਜਦੋਂ ਕਹਿੰਦੇ ਰਕਸ਼ਕ ਹੀ ਭਕਸ਼ਕ ਬਣ ਜਾਣ ਤੇ ਇਨਸਾਨ ਕਿੱਥੇ ਜਾਏਗਾ। ਬਿਲਕੁਲ ਬਿਲਕੁਲ ਰਮੇਸ਼ ਜੀ, ਇਸ ਚੀਜ਼ ਨੂੰ ਅਸੀਂ ਗੱਲ ਕਰੀਏ ਤੇ ਪਿਛਲੇ ਲੰਬੇ ਸਮੇਂ ਤੋਂ ਹੁਣ ਜਦੋਂ ਤੋਂ ਇਹ ਕਰੋਨਾ ਦਾ ਸਮਾਂ ਸ਼ੁਰੂ ਹੋਇਆ ਤਾਂ ਅੰਦੋਲਨ ਦੇ ਸਮੇਂ ਸ਼ੁਰੂ ਹੋਣ ਦੀ ਗੱਲ ਕਰੀਏ ਤੇ ਪੱਤਰਕਾਰਾਂ ਤੇ ਵੱਡਾ ਹਮਲਾ ਕਰਨਾ ਸ਼ੁਰੂ ਕਰਤਾ। ਮੌਕੇ ਦੀਆਂ ਸਰਕਾਰਾਂ ਨੇ, ਚਾਹੇ ਸੱਤਾਧਾਰੀ ਸਰਕਾਰ ਕੇਂਦਰ ਦੀ ਹੋਵੇ ਤੇ ਚਾਹੇ ਸੱਤਾਧਾਰੀ ਸਰਕਾਰ ਸੂਬਿਆਂ ਦੀ ਹੋਵੇ। ਸੋ ਜਿਸ ਤਰੀਕੇ ਤੁਸੀਂ ਦੇਖਿਆ ਕਿ ਮਨਦੀਪ ਪੁਨੀਆ ਦਾ ਕੇਸ ਸੀਗਾ, ਤਾਂ ਉਸ ਤੋਂ ਬਾਅਦ ਵਿੱਚ ਅਸੀਂ ਦੇਖੀਏ ਤੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਪੱਤਰਕਾਰਾਂ ਦੇ ਉੱਤੇ ਰੋਕ ਲਾਉਣ ਦੀ ਵੀ ਕੋਸ਼ਿਸ਼ ਕੀਤੀ। ਦਿੱਲੀ ਦੇ ਵਿੱਚ ਐਂਟਰੀ ਦੇ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਤੇ ਪੱਤਰਕਾਰ, ਜੇ ਅਸੀਂ ਗੱਲ ਕਰੀਏ ਮੀਡੀਆ ਚੌਥਾ ਸਤੰਭ ਹੈ, ਤਾਂ ਚੌਥਾ ਸਤੰਭ ਨੂੰ ਬਿਲਕੁਲ ਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਤੇ ਇਹੋ ਜਿਹੇ ਝੂਠੇ ਮਾਮਲੇ ਦਰਜ ਕਰਕੇ। ਸੋ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਵੀ ਕੋਈ ਸੱਚ ਸਾਹਮਣੇ ਲਿਆਉਣਾ ਪੈਂਦਾ ਤੇ ਉੱਥੇ ਉਹਦਾ ਇਨਾਮ ਜਿਹੜਾ ਵਾ ਉਹ ਇਹੋ ਜਿਹੀਆਂ ਧਾਰਾਵਾਂ ਲਾ ਕੇ ਪਰਚੇ ਦਰਜ ਹੁੰਦੇ ਨੇ। ਪਰ ਮਾਮਲਾ ਇੱਥੇ ਪਰਚੇ ਦਰਜ ਹੋਣ ਦਾ ਨਹੀਂ ਸੀ, ਮਾਮਲਾ ਇੱਥੇ ਹੈ ਕਿ ਕਿਸੇ ਦੁਖਿਆਰੀ ਨੂੰ ਇਨਸਾਫ ਦਿਵਾਉਣ ਦਾ ਸੀ। ਸੋ ਕਿਤੇ ਨਾ ਕਿਤੇ ਆਵਾਜ਼ ਪੱਤਰਕਾਰਾਂ ਨੇ ਬਣਨਾ ਹੁੰਦਾ। ਸੋ ਗੱਲ ਕਰਾਂਗੇ ਕਿ ਇਸ ਪੱਤਰਕਾਰ ਵੀਰ ਦੇ ਕੋਲ ਉਹ ਬਿਲਕੁਲ ਸੱਚ ਸਾਹਮਣੇ ਹੈਗਾ, ਕਿਉਂਕਿ ਇਹਨਾਂ ਨੇ ਕੀਤਾ ਹੋਇਆ ਸਟਿੰਗ ਆਪਰੇਸ਼ਨ ਜਿਹੜਾ ਵਾ ਉਹ ਵੀ ਕੋਲ ਹੈਗਾ। ਸਾਰੀ ਜਿਹੜੀ SSP ਸਾਹਿਬ ਵੱਲੋਂ ਹੁਕਮਾਂ ਦੇ ਉੱਤੇ DSP ਨਾਲ ਜਿਹੜੀ ਗੱਲਬਾਤ ਹੁੰਦੀ ਹੈ ਉਹਨਾਂ ਦੇ ਦਫ਼ਤਰ ਦੇ ਵਿੱਚ, ਉਹ ਵੀ ਰਿਕਾਰਡ ਹੈ। ਉਹ ਵੀ ਅਸੀਂ ਤੁਹਾਨੂੰ ਵੀਡੀਓ ਜਿਸ ਤਰ੍ਹਾਂ ਹੀ ਸਾਡਾ ਖਤਮ ਹੋਏਗਾ ਉਹ ਤੋਂ ਬਾਅਦ ਅਸੀਂ ਇਹ ਵੀ ਚਲਾਵਾਂਗੇ। ਸੋ ਜਾਣਨਾ ਚਾਹੁੰਦੇ ਹਾਂ ਕਿ ਜਿਸ ਦਿਨ ਇਹ ਘਟਨਾਕ੍ਰਮ ਵਾਪਰਿਆ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕਿਹਨੇ ਤੁਹਾਨੂੰ ਧਮਕਾਇਆ ਤਾਂ ਕੀ ਹੋਇਆ ਘਟਨਾਕ੍ਰਮ? ਇਸ ਮਾਮਲੇ ਦੇ ਵਿੱਚ ਕਮਲਦੀਪ ਜੀ, ਮੈਂ ਦੱਸਣਾ ਚਾਹਾਂਗਾ ਕਿ ਬੇਸਿਕ ਦੇ ਵਿੱਚ ਜਦੋਂ ਇਹ ਕੰਮ ਸ਼ੁਰੂ ਹੋਇਆ, ਸਭ ਤੋਂ ਪਹਿਲੇ ਮੈਨੂੰ ਬਹੁਤ ਜ਼ਿਆਦਾ ਜ਼ੋਰ ਲਗਾਇਆ ਗਿਆ ਕਿ ਉਸ ਨਿਊਜ਼ ਨੂੰ ਡਿਲੀਟ ਕੀਤਾ ਜਾਵੇ, ਕਿਉਂਕਿ ਉਸ ਨਿਊਜ਼ ਦੇ ਵਿੱਚ ਸੱਚ ਸੀਗਾ ਔਰ ਸੱਚ ਅਸੀਂ ਦੁਨੀਆ ਦੇ ਸਾਹਮਣੇ ਲਿਆਂਦਾ ਸੀ। ਕਿਤੇ ਨਾ ਕਿਤੇ ਜਿਹੜੀ ਮੈਨੇਜਮੈਂਟ ਟੀਮ ਨੂੰ ਇਹ ਲੱਗ ਰਿਹਾ ਸੀ ਕਿ ਉਸ ਸੱਚ ਦੇ ਨਾਲ ਮੈਨੇਜਮੈਂਟ ਨੂੰ ਵੀ ਫਰਕ ਪੈ ਰਿਹਾ ਸੀਗਾ ਔਰ ਕਿਤੇ ਨਾ ਕਿਤੇ ਸਕੂਲ ਨੂੰ ਵੀ ਫਰਕ ਪੈ ਰਿਹਾ ਸੀ। ਮੇਰੇ ਤੇ ਕਾਫੀ ਜ਼ਿਆਦਾ ਦਬਾਅ ਬਣਾਇਆ ਗਿਆ ਕਿ ਉਸ ਨਿਊਜ਼ ਨੂੰ ਡਿਲੀਟ ਕੀਤਾ ਜਾਵੇ। ਬਟ ਜਿਹੜੀ ਸਾਡੀ ਨਿਊਜ਼ ਹੁੰਦੀ ਜਦੋਂ ਇਹ ਪਬਲਿਸ਼ ਹੋ ਜਾਂਦੀ ਹੈ, ਉਸ ਤੋਂ ਬਾਅਦ ਸਾਡੇ ਕੋਲ ਕੋਈ ਅਧਿਕਾਰ ਨਹੀਂ ਰਹਿੰਦਾ ਉਸ ਨਿਊਜ਼ ਨੂੰ ਡਿਲੀਟ ਕਰਨ ਦਾ, ਕਿਉਂਕਿ ਉਹ ਇੱਕ ਪਬਲਿਕ ਪ੍ਰੋਪਰਟੀ ਬਣ ਜਾਂਦੀ ਹੈ। ਬਿਲਕੁਲ ਰਮੇਸ਼ ਜੀ, ਮੈਂ ਜਾਣਨਾ ਚਾਹੂੰਗਾ ਵੀ ਉਸ ਨਿੱਜੀ ਸਕੂਲ ਦਾ ਕੀ ਨਾਮ ਸੀ? ਸੋ ਮੈਨੇਜਮੈਂਟ ਨੇ ਤੁਹਾਡੇ ਤੇ ਕੀ ਦਬਾਅ ਬਣਾਇਆ ਸੀ?
ਉਸ ਨਿੱਜੀ ਸਕੂਲ ਦਾ ਨਾਮ ਸੀਗਾ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਿਸ ਦੇ ਪ੍ਰਿੰਸੀਪਲ ਡਾਕਟਰ ਰਾਜਨ ਚੌਧਰੀ ਨੇ। ਔਰ ਜਦੋਂ ਮੈਂ ਨਿਊਜ਼ ਕਵਰੇਜ ਕੀਤੀ ਸੀ ਔਰ ਸਕੂਲ ਦਾ ਵੀ ਵਰਸ਼ਨ ਉਹਦੇ ਵਿੱਚ ਪਾਇਆ ਸੀਗਾ, ਜਿਸ ਦੇ ਵਿੱਚ ਡਾਕਟਰ ਰਾਜਨ ਚੌਧਰੀ ਨੇ ਬਿਲਕੁਲ ਇਸ ਚੀਜ਼ ਨੂੰ ਸਵੀਕਾਰ ਕੀਤਾ ਸੀ ਕਿ ਸਾਡੇ ਸਟਾਫ ਦੀ ਗਲਤੀ ਹੈ, ਉਹਨਾਂ ਨੇ ਗਲਤੀ ਦੇ ਨਾਲ ਸ਼ਾਇਦ ਐਬਸੈਂਟ ਦੀ ਟੀਸੀ ਦੇ ਦਿੱਤੀ ਹੈ। ਉਸ ਚੀਜ਼ ਨੂੰ ਸਵੀਕਾਰਿਆ ਵੀ ਸੀ। ਉਸ ਤੋਂ ਬਾਅਦ ਦੇਖੋ ਸਕੂਲ ਪ੍ਰਸ਼ਾਸਨ ਨੇ ਮੇਰੇ ਨਾਲ ਕਿਵੇਂ ਧੱਕਾ ਕੀਤਾ। ਸਾਡੇ ਚੈਨਲ ਦੀ ਐਮਡੀ ਦੀ ਫੇਸਬੁੱਕ ਆਈਡੀ ਦੇ ਉੱਪਰ ਉਹਨਾਂ ਨੇ ਗਲਤ ਕਮੈਂਟ ਕਰਨੇ ਸ਼ੁਰੂ ਕੀਤੇ ਕਿ ਤੁਹਾਡਾ ਪੱਤਰਕਾਰ ਗਲਤ ਹੈ, ਇਸ ਤਰ੍ਹਾਂ ਆ। ਜਦੋਂ ਉਸ ਕਮੈਂਟਸ ਨੂੰ ਕਾਪੀ ਕਰਕੇ ਸਕਰੀਨਸ਼ਾਟ ਲੈ ਕੇ URL ਨੰਬਰ ਲੈ ਕੇ ਮਾਨਯੋਗ ਐਸਐਸਪੀ ਸਾਹਿਬ ਹੋਰਾਂ ਨੂੰ ਜਦੋਂ ਅਸੀਂ ਇੱਕ ਐਪਲੀਕੇਸ਼ਨ ਦੇ ਜਰੀਏ ਉਹਨਾਂ ਨੂੰ ਦੱਸਿਆ ਕਿ ਇਹ ਗਲਤ ਕਮੈਂਟਬਾਜ਼ੀ ਕਰਦੇ ਪਏ ਨੇ, ਜੇ ਮੈਂ ਗਲਤ ਹਾਂ ਤੇ ਮੇਰੇ ਤੇ ਬਣਦੀ ਕਾਰਵਾਈ ਹੋਵੇ, ਜੇ ਉਹ ਗਲਤ ਨੇ ਤੇ ਉਹਨਾਂ ਤੇ ਕਾਰਵਾਈ ਹੋਵੇ। ਉਸ ਐਪਲੀਕੇਸ਼ਨ ਦੇ ਆਧਾਰ ਤੇ ਸਕੂਲ ਦੇ ਪ੍ਰਸ਼ਾਸਨ ਦੇ ਵਿੱਚੋਂ 8-9 ਜਣਿਆਂ ਦੇ ਉੱਪਰ IT ਐਕਟ ਦਾ ਪਰਚਾ ਬਣਦਾ ਸੀ ਔਰ ਐਸਐਸਪੀ ਸਾਹਿਬ ਉਸ ਸਕੂਲ ਦੀ ਮੈਨੇਜਮੈਂਟ ਦੇ ਵਿੱਚ ਨਾਲ ਜੁੜੇ ਹੋਏ ਔਰ ਉਸ ਕਾਲਜ ਦੇ ਵਿੱਚ ਪੜ੍ਹੇ ਹੋਏ ਸਨ। ਕਿਤੇ ਨਾ ਕਿਤੇ ਉਹਨਾਂ ਨੂੰ ਸ਼ਾਇਦ ਇਹ ਚੀਜ਼ ਮਹਿਸੂਸ ਹੋ ਰਹੀ ਸੀ ਕਿ ਜੇ ਅਗਰ ਸਕੂਲ ਤੇ ਮਾਮਲਾ ਦਰਜ ਹੁੰਦਾ ਹੈ ਤੇ ਨਾਲ ਕਿਤੇ ਨਾ ਕਿਤੇ ਮੇਰੀ ਵੀ ਬਦਨਾਮੀ ਹੈ। ਸ਼ਾਇਦ ਉਸ ਤੋਂ ਬਾਅਦ ਮੇਰੇ ਦੇ ਝੂਠਾ ਪਰਚਾ ਕਰਨ ਦਾ ਜਿਹੜਾ ਸ਼ਰਯੰਤਰ ਉਹ ਸਟਾਰਟ ਹੋਇਆ। ਔਰ ਸਭ ਤੋਂ ਪਹਿਲੇ ਇਸ ਮਾਮਲੇ ਦੇ ਵਿੱਚ ਦੇਖੋ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਸੀ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਰਮੇਸ਼ ਬਹਿਲ ਨੇ ਜਿਹੜੀ ਵੀਡੀਓ ਚਲਾਈ ਹੈ ਉਸ ਵੀਡੀਓ ਤੇ ਸਾਨੂੰ ਕੋਈ ਵੀ ਇਤਰਾਜ਼ ਨਹੀਂ ਹੈ, ਲੇਕਿਨ ਉਸ ਦੇ ਉੱਪਰ ਜਿਹੜੇ ਲੋਕੀ ਅਸ਼ਲੀਲ ਕਮੈਂਟਸ ਕਰ ਰਹੇ ਨੇ ਉਸ ਚੀਜ਼ ਤੋਂ ਸਾਨੂੰ ਇਤਰਾਜ਼ ਹੈ। ਦੇਖੋ ਸਾਡਾ ਕੰਮ ਸੀ ਸੱਚ ਸਾਹਮਣੇ ਲਿਆਣਾ। ਜਦੋਂ ਅਸੀਂ ਸੱਚ ਸਾਹਮਣੇ ਲਿਆਂਦਾ, ਕਮੈਂਟ ਕੀਤੇ ਲੋਕਾਂ ਨੇ ਤੇ ਲੋਕਾਂ ਤੇ ਬਣਦੀ ਕਾਰਵਾਈ ਹੋਣੀ ਵੀ ਚਾਹੀਦੀ ਸੀ ਜੇ ਕਿਸੇ ਨੇ ਗਲਤ ਕਮੈਂਟ ਕੀਤੇ ਆ। ਇਹ ਚੀਜ਼ ਸਕੂਲ ਨੇ ਵੀ ਫਸਟ ਐਪਲੀਕੇਸ਼ਨ ਦੇ ਵਿੱਚ ਕਿਹਾ, ਬਟ ਉਸ ਚੀਜ਼ ਤੋਂ ਕਲੀਅਰ ਹੁੰਦਾ ਸੀ ਕਿ ਰਮੇਸ਼ ਬਹਿਲ ਦੇ ਉੱਪਰ ਕੋਈ ਵੀ ਪਰਚਾ ਨਹੀਂ ਬਣਦਾ। ਇਸ ਕਰਕੇ ਉਹਨਾਂ ਨੇ ਝੂਠੇ ਹੋਰ ਜ਼ਿਆਦਾ ਬਿਆਨਬਾਜ਼ੀ ਕਰਕੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਨਾਲ ਮਿਲ ਕੇ ਇਹ ਬਹੁਤ ਵੱਡਾ ਇੱਕ ਸ਼ਰਯੰਤਰ ਰਚਿਆ ਗਿਆ। ਇਸ ਸ਼ਰਯੰਤਰ ਬਾਰੇ ਮੈਨੂੰ ਪਤਾ ਲੱਗ ਗਿਆ ਸੀਗਾ ਜਦੋਂ ਮੈਨੂੰ DSP D ਹੋਰਾਂ ਨੇ ਆਪਣੇ ਆਫਿਸ ਦੇ ਵਿੱਚ ਬੁਲਾਇਆ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਰਮੇਸ਼ ਬਹਿਲ ਜੀ, ਮੈਨੂੰ ਤੁਹਾਡੇ ਸਾਰੇ ਮਾਮਲੇ ਬਾਰੇ ਪਤਾ ਹੈ, ਜਿਹੜਾ ਤੁਹਾਡਾ ਸਕੂਲ ਵਾਲਾ ਮਾਮਲਾ ਚੱਲ ਰਿਹਾ ਹੈ ਉਸ ਮਾਮਲੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ, ਲੇਕਿਨ ਮਾਨਯੋਗ ਜਿਹੜੇ SSP ਸਾਹਿਬ ਨੇ ਉਹ ਬਾਰ-ਬਾਰ ਮੈਨੂੰ ਬੁਲਾ ਕੇ 2-2 ਘੰਟੇ ਦੀ ਸਿਟਿੰਗ ਕਰਕੇ ਮੈਨੂੰ ਇੱਕੋ ਚੀਜ਼ ਦਾ ਦਬਾਅ ਪਾ ਰਹੇ ਨੇ ਕਿ ਰਿਪੋਰਟ ਬਣਾ ਕੇ ਦਿਓ, ਬਹਿਲ ਤੇ ਪਰਚਾ ਕੱਟਣਾ ਹੈ। ਮੈਂ ਉਹਨਾਂ ਨੂੰ ਇੱਥੇ ਤੱਕ ਵੀ ਕਹਿ ਚੁੱਕਾ ਹਾਂ, DSP ਸਾਹਿਬ ਦਾ ਕਹਿਣਾ ਸੀਗਾ, ਮੈਂ ਉਹਨਾਂ ਨੂੰ ਇੱਥੇ ਤੱਕ ਕਹਿ ਚੁੱਕਾ ਹਾਂ ਕਿ ਉਹਨਾਂ ਦੇ ਕੋਈ ਵੀ ਪਰਚਾ ਨਹੀਂ ਬਣਦਾ। ਅਗਰ ਜੇ ਕੋਈ ਪਰਚਾ ਬਣਦਾ ਹੈ ਉਹਨਾਂ ਦੇ ਬਣਦਾ ਹੈ ਜਿਨ੍ਹਾਂ ਨੇ ਕਮੈਂਟ ਕੀਤੇ ਆ, ਲੇਕਿਨ ਸ਼ਾਇਦ ਉਹਨਾਂ ਨੇ ਕਾਲਜ ਦੇ ਵਿੱਚ ਪੜ੍ਹੇ ਹੋਣ ਕਰਕੇ ਕਾਲਜ ਨੂੰ ਗੁਰੂ ਦਕਸ਼ਨਾ ਦੇਣੀ ਸੀ ਔਰ ਗੁਰੂ ਦਕਸ਼ਨਾ ਦੇ ਰੂਪ ਦੇ ਵਿੱਚ ਉਹਨਾਂ ਨੇ ਮੇਰੇ ਤੇ ਝੂਠੀ FIR ਕਰਕੇ ਉਸ ਕਾਲਜ ਨੂੰ ਗੁਰੂ ਦਕਸ਼ਨਾ ਦਿੱਤੀ ਹੈ। ਇਹ ਯਾਨੀ DSP ਨੇ ਸ਼ਰੇਆਮ ਮੇਰੇ ਸਾਹਮਣੇ ਬੈਠ ਕੇ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਨੇ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪੁਲਿਸ ਚਾਹੇ ਤਾਂ ਬੰਦਾ ਅੰਦਰ, ਪੁਲਿਸ ਚਾਹੇ ਤਾਂ ਬੰਦਾ ਗਾਇਬ ਵੀ ਹੋ ਜਾਂਦਾ ਹੈ। ਸੋ ਬਿਲਕੁਲ ਅਸੀਂ ਗੱਲ ਕਰਾਂਗੇ ਕਿ ਰਮੇਸ਼ ਜੀ ਨੇ ਬੜਾ ਖੁੱਲ੍ਹ ਕੇ ਵਿਸਤਾਰ ਨਾਲ ਦੱਸਿਆ, ਪਰ ਅਸੀਂ ਇਹ ਗੱਲ ਕਰੀਏ ਕਿ SSP ਇੱਕ ਜ਼ਿਲ੍ਹੇ ਦਾ ਜ਼ਿੰਮੇਵਾਰ ਅਧਿਕਾਰੀ ਹੁੰਦਾ। ਗੱਲ ਇਹਨਾਂ ਨੇ ਸ਼ੁਰੂ ਕੀਤੀ ਰਕਸ਼ਕ ਹੀ ਬਖਸ਼ਕ ਬਣ ਜਾਣ। ਸੋ ਮਕਸਦ ਕਿਸ ਚੀਜ਼ ਦੇ ਲਈ ਸੀ? ਗੁਰੂ ਦਕਸ਼ਨਾ ਦੇਣਾ ਸੀ ਜਾਂ ਆਪਣੇ ਅਹੁਦੇ ਦਾ ਨਜਾਇਜ਼ ਇਸਤੇਮਾਲ ਕਰਨਾ? ਸੋ ਹੁਣ ਤੱਕ ਵਿਵਾਦਾਂ ਦੇ ਵਿੱਚ ਪੁਲਿਸ ਆਉਂਦੀ ਹੈ। ਕੱਲ ਵੀ ਅਸੀਂ ਨਿਊਜ਼ ਮੀਡੀਆ ਦੇ ਉੱਤੇ ਕਿਸੇ ਜਗ੍ਹਾ ਦੇਖ ਰਹੇ ਸੀ ਕਿ ਕਿਸ ਤਰੀਕੇ ਨਾਲ ਰਿਸ਼ਵਤ ਲਈ ਜਾ ਰਹੀ ਹੈ। 2 ਅਧਿਕਾਰੀ ਇੱਕ ਤਰਨਤਾਰਨ ਜ਼ਿਲ੍ਹੇ ਦੇ ਇੱਕ ਥਾਣੇ ਤੋਂ ਫੜੇ ਗਏ ਨੇ, ਸੋ ਜਿੱਥੇ ਉਹਨਾਂ ਰਿਸ਼ਵਤ ਲੈਂਦਿਆਂ ਮਤਲਬ ਉਹਨਾਂ ਦੇ ਉੱਤੇ ਕਾਰਵਾਈ ਨਹੀਂ, ਉਹਨਾਂ ਦੇ ਉੱਤੇ ਕਾਰਵਾਈ ਕੀ ਹੋਈ ਕਿ ਉਹਨਾਂ ਨੂੰ ਸਿਰਫ ਤਾਂ ਸਿਰਫ ਉਹਨਾਂ ਦੀ ਆਪਾਂ ਕਹਿੰਦੇ ਘਰ ਭੇਜ ਦਿੱਤਾ ਗਿਆ, ਮਤਲਬ ਕਿ ਉਹਨਾਂ ਨੂੰ ਜਿਹੜੇ ਉਹਨਾਂ ਦਾ ਆਪਾਂ ਕਹਿੰਦੇ ਇਲਾਕੇ ਦੇ ਵਿੱਚ ਵਾਪਸ ਬੁਲਾ ਲਿਆ ਜਾਂਦਾ। ਠੀਕ ਹੈ ਜੀ। ਸੋ ਉਹਨਾਂ ਨੂੰ ਘਰ ਭੇਜਣਾ ਕਿਹਾ ਜਾਂਦਾ। ਸੋ ਅਸਲ ਦੇ ਵਿੱਚ ਕਾਰਵਾਈ ਦੇ ਨਾਮ ਤੇ ਸਿਰਫ ਇਹ, ਪਰ ਜੇ ਅਸੀਂ ਦੇਖੀਏ ਤਾਂ ਪੁਲਿਸ ਦੂਸਰੇ ਲੋਕਾਂ ਦੇ, ਆਮ ਲੋਕਾਂ ਦੇ ਉੱਤੇ ਇਮੀਡੀਏਟ ਪਰਚਾ ਦਰਜ ਕਰਦੀ ਹੈ। ਸੋ ਕਹਾਣੀ ਇੱਥੇ ਸਮਾਪਤ ਨਹੀਂ ਹੁੰਦੀ, ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ। ਅਸਲ ਦੇ ਵਿੱਚ ਰਮੇਸ਼ ਬਹਿਲ ਜੀ ਦਾ ਕੰਮ ਕੀ ਸੀ? ਇੱਕ ਦੁਖਿਆਰੀ ਮਾਂ ਨੂੰ ਇਨਸਾਫ ਦਿਵਾਉਣਾ ਸੀ। ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ, ਨਿੱਜੀ ਸਕੂਲਾਂ ਵੱਲੋਂ ਕੀਤੀ ਜਾਈ ਧੱਕੇਸ਼ਾਹੀ। ਉਹ ਧੱਕੇਸ਼ਾਹੀ ਕੀ ਸੀ? ਅਗਰ TC ਮੰਗ ਲਿਆ ਗਿਆ ਸੀਗਾ, ਟ੍ਰਾਂਸਫਰ ਸਰਟੀਫਿਕੇਟ ਮੰਗ ਲਿਆ ਗਿਆ ਸੀਗਾ, ਬੱਚਾ 10ਵੀਂ 'ਚ ਪੜ੍ਹਦਾ ਸੀ, ਮਾਂ ਫੀਸ ਅਫੋਰਡ ਨਹੀਂ ਕਰ ਸਕਦੀ ਸੀ, ਉਹ ਕਿਸੇ ਦੂਸਰੇ ਸਕੂਲ 'ਚ ਪੜ੍ਹਨਾ ਚਾਹੁੰਦੀ ਸੀ, ਉਹ TC ਸਰਟੀਫਿਕੇਟ ਜੋ ਲੈ ਕੇ ਦੂਸਰੇ ਸਕੂਲ 'ਚ ਪਹੁੰਚੀ ਹੈ ਤੇ ਉੱਥੋਂ ਪਤਾ ਲੱਗਦਾ ਹੈ ਕਿ ਉਸ ਸਰਟੀਫਿਕੇਟ ਦੇ ਵਿੱਚ ਉਹਨੂੰ ਐਬਸੈਂਟ ਦੱਸਿਆ ਗਿਆ। ਸੋ ਐਬਸੈਂਟ ਦਾ ਸਰਟੀਫਿਕੇਟ ਨਾ ਲੈਂਦਿਆਂ ਹੋਇਆ ਉਹਨਾਂ ਨੇ ਕਿਹਾ ਵੀ ਇਹਨੂੰ ਕਲੀਅਰ ਕੀਤਾ ਜਾਵੇ। ਸੋ ਇਸ ਚੀਜ਼ ਨੂੰ ਸਕੂਲ ਪ੍ਰਸ਼ਾਸਨ ਨੇ ਮੰਨਿਆ ਵੀ ਇਹ ਗਲਤ ਆ। ਜੇ ਉਹ ਬੱਚਾ ਹਾਜ਼ਰ ਸੀ, ਉਸ ਸਮੇਂ ਦੀਆਂ ਫੀਸਾਂ ਸਕੂਲੇ ਲਈਆਂ ਸੀ, ਤੇ ਐਬਸੈਂਟ ਲਿਖਣ ਦਾ ਕਾਰਨ ਕੀ ਸੀ? ਇਹਦਾ ਮਤਲਬ ਹੈ ਕਿ ਐਬਸੈਂਟ ਲਿਖ ਕੇ ਉਸ ਮਾਂ ਨੂੰ ਤੰਗ ਪਰੇਸ਼ਾਨ ਕਰਨਾ ਤੇ ਉਹਦੇ ਕੋਲ ਹੋਰ ਪੈਸੇ ਹੇਠਣਾ। ਕਿਉਂਕਿ ਅੱਜ ਅਸੀਂ ਦੇਖੀਏ ਪਿਛਲੇ ਲੰਬੇ ਸਮੇਂ ਤੋਂ ਸਕੂਲਾਂ ਵਾਲੇ ਮਾਂ-ਬਾਪ ਨੂੰ ਕਿੱਦਾਂ ਲੁੱਟ ਰਹੇ ਨੇ, ਕਿਸ ਤਰੀਕੇ ਨਾਲ ਧੱਕੇਸ਼ਾਹੀ ਹੋ ਰਹੀ ਆ। ਮਾਮਲਾ ਕਿਤੇ ਨਾ ਕਿਤੇ ਉਹੀ ਹੈ, ਫੀਸਾਂ ਦੇ ਨਾਲ ਜੁੜਿਆ ਹੋਇਆ ਪੈਸੇ। ਕਿਉਂਕਿ ਇਸ ਟਾਈਮ ਸਕੂਲ ਜਿਹੜੇ ਅਸੀਂ ਇਹ ਕਹਿ ਦਈਏ ਕਿ ਵਿੱਦਿਆ ਦੇ ਮੰਦਿਰ ਹੁੰਦੀ ਸੀ, ਉਹ ਵਪਾਰ ਦੇ ਮੰਦਿਰ ਬਣ ਚੁੱਕੇ ਨੇ, ਵਪਾਰ ਦਾ ਕੇਂਦਰ ਬਣ ਚੁੱਕੇ ਨੇ। ਸੋ ਇੱਥੋਂ ਜਿੱਥੇ ਅਸੀਂ ਸੁਣਦੇ ਹੁੰਦੇ ਸੀ, ਲਿਖਿਆ ਹੁੰਦਾ ਸੀ, ਪੜ੍ਹਦੇ ਵੀ ਹੁੰਦੇ ਸੀ,
ਸਿੱਖਿਆ ਲਈ ਆਓ ਤਾਂ ਸੇਵਾ ਲਈ ਜਾਓ, ਪਰ ਉੱਥੇ ਅੱਜ ਉਹ ਮੁਹਾਵਰੇ ਬਿਲਕੁਲ ਗਲਤ ਹੁੰਦੇ ਨਜ਼ਰ ਆ ਰਹੇ ਨੇ। ਗੁਰੂਆਂ ਦੀ ਦਕਸ਼ਣਾ, ਕੋਈ ਬੱਚਾ ਪੜ੍ਹ ਕੇ ਜਾਂਦਾ ਸੀ ਤੇ ਦਕਸ਼ਣਾ ਨੂੰ ਦਿੱਤੀ ਜਾਂਦੀ ਸੀ ਗੁਰੂ ਨੂੰ, ਤਾਂ ਕਿ ਜਦੋਂ ਵੱਡੀ ਅਹੁਦੇ ਤੇ ਪਹੁੰਚਦਾ ਸੀ। ਪਰ ਅੱਜ ਹੀ ਵੱਡੇ ਅਹੁਦੇ ਤੇ ਪਹੁੰਚਿਆ ਹੋਇਆ ਸ਼ਿਸ਼ ਨੇ ਦਕਸ਼ਣਾ ਕੀ ਦਿੱਤੀ ਕਿ ਇੱਕ ਪੱਤਰਕਾਰ ਤੇ ਪਰਚਾ ਦਰਜ ਕੀਤਾ, ਕਿਉਂਕਿ ਉਹ ਪੱਤਰਕਾਰ ਇੱਕ ਸ਼ਿਸ਼ੇ ਨੂੰ ਇਨਸਾਫ ਦਿਵਾਉਣ ਚਲਾ ਗਿਆ, ਉਸ ਸ਼ਿਸ਼ੇ ਜਿਹੜਾ ਉਸੇ ਸਕੂਲ 'ਚ ਪੜ੍ਹਦਾ ਸੀ। ਸੋ ਗੱਲ ਕਰਾਂਗੇ ਬਹਿਲ ਸਾਹਿਬ ਨਾਲ। ਬਹਿਲ ਸਾਹਿਬ, ਤੁਸੀਂ ਇਹਦੀ ਪਹਿਲੀ ਕੰਪਲੇਂਟ ਕਦੋਂ ਦਿੱਤੀ? ਤੁਸੀਂ ਦੱਸਿਆ ਕਿ ਡੀਜੀਪੀ ਸਾਹਿਬ ਨੂੰ ਕੰਪਲੇਂਟ ਦਿੱਤੀ, ਡੀਜੀਪੀ ਸਾਹਿਬ ਨੂੰ ਕੰਪਲੇਂਟ ਦੇਣ ਦੇ ਬਾਵਜੂਦ ਵੀ ਇਹ ਪਰਚਾ ਦਰਜ ਹੋ ਜਾਣਾ? ਸਰ, ਇਸ ਮਾਮਲੇ ਦੇ ਵਿੱਚ ਕਾਫੀ ਕੁਝ ਹੈ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਦੇਖੋ, ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਤੇ ਝੂਠੀ FIR ਹੋਣ ਦਾ ਸ਼ੜਯੰਤਰ ਰਚਿਆ ਜਾ ਰਿਹਾ ਹੈ, ਤੇ ਡੀਜੀਪੀ ਸਾਹਿਬ ਹੋਰਾਂ ਨੂੰ ਮੈਂ ਇੱਕ ਮੇਲ ਰਾਹੀਂ ਐਪਲੀਕੇਸ਼ਨ ਦਿੱਤੀ ਸੀਗੀ 24/12/2020 ਨੂੰ। 24/12/2020 ਨੂੰ ਇੱਕ ਐਪਲੀਕੇਸ਼ਨ ਮੈਂ ਦਿੱਤੀ, ਜਿਸ ਦਾ ਰਿਪਲਾਈ ਵੀ ਆਇਆ, ਔਰ ਉਸ ਐਪਲੀਕੇਸ਼ਨ ਦੇ ਵਿੱਚ ਮੈਂ ਸਿੱਧੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਸੀਗਾ, ਡਾਕਟਰ ਰਾਜਨ ਚੌਧਰੀ, ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਸ਼੍ਰੀ ਰਸ਼ਪਾਲ ਸਿੰਘ ਜੀ, PPS ਸੀਨੀਅਰ ਪੁਲਿਸ ਕਪਤਾਨ ਬਟਾਲਾ, DSP ਇਨਵੈਸਟੀਗੇਸ਼ਨ ਵੱਲੋਂ ਮੇਰੇ ਤੇ ਝੂਠੀ FIR ਰਚਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਰਮੇਸ਼ ਜੀ ਦੀ ਉਸ ਐਪਲੀਕੇਸ਼ਨ ਨੇ ਕਲੀਅਰ ਕਰਦੀ ਹੈ ਕਿ FIR ਦਰਜ ਹੋਣ ਤੋਂ ਪਹਿਲਾਂ ਸਾਜ਼ਿਸ਼ ਰਚਣ ਦੇ ਬਾਰੇ ਇਹਨਾਂ ਨੇ DGP ਪੰਜਾਬ ਨੂੰ ਦੱਸ ਵੀ ਦਿੱਤਾ ਗਿਆ। DGP ਜਿਹੜੇ ਅਸੀਂ ਕਰੀਏ ਪੂਰੇ ਇੱਕ ਜ਼ਿੰਮੇਵਾਰ ਅਧਿਕਾਰੀ ਨੇ ਪੂਰੇ ਪੰਜਾਬ ਦੇ, ਸੋ ਉਹਨਾਂ ਦਾ ਐਪਲੀਕੇਸ਼ਨ ਵੀ ਦੇ ਦਿੱਤੀ ਗਈ, ਉਹਨਾਂ ਵੱਲੋਂ ਜਵਾਬ ਵੀ ਹੈ, ਪਰ ਫਿਰ ਵੀ SSP ਸਾਹਿਬ ਵੱਲੋਂ ਕਾਰਵਾਈ ਕਰ ਦਿੱਤੀ ਗਈ। ਐਪਲੀਕੇਸ਼ਨ ਤੁਸੀਂ 24/12 ਨੂੰ ਦਿੱਤੀ ਸੀ ਤੇ FIR ਦਰਜ ਹੋ ਰਹੀ ਹੈ 6/1/2021 ਨੂੰ। ਸੋ ਅਸੀਂ ਗੱਲ ਕਰੀਏ ਤਾਂ ਤਕਰੀਬਨ ਅਰਾਊਂਡ ਅਬਾਊਟ 12 ਦਿਨ ਦੇ ਵਕਫੇ ਦੇ ਉੱਤੇ। ਔਰ ਇੱਕ ਚੀਜ਼ ਮੈਂ ਹੋਰ ਵੀ ਦੱਸਣਾ ਚਾਹਾਂਗਾ, ਇਸ ਐਪਲੀਕੇਸ਼ਨ ਦੇ ਵਿੱਚ ਮੈਂ ਉਹਨਾਂ ਨੂੰ ਸਾਫ਼-ਸਾਫ਼ ਲਿਖਿਆ ਸੀਗਾ ਕਿ ਬਟਾਲਾ ਪੁਲਿਸ ਪ੍ਰਸ਼ਾਸਨ ਤੋਂ ਮੈਨੂੰ ਇਨਸਾਫ ਦੀ ਕੋਈ ਵੀ ਉਮੀਦ ਨਹੀਂ ਹੈ, ਔਰ ਮੈਨੂੰ ਜਾਨ ਮਾਲ ਦਾ ਵੀ ਖਤਰਾ ਹੈ ਬਟਾਲਾ ਪੁਲਿਸ ਪ੍ਰਸ਼ਾਸਨ ਤੋਂ। ਔਰ ਮੈਨੂੰ ਜਿਹੜੀ ਕਾਰਵਾਈ ਹੈ ਸਾਰੀ ਕ੍ਰਾਈਮ ਬ੍ਰਾਂਚ ਦੇ ਮਿਨੀਮਮ IG ਰੈਂਕ ਦੇ ਆਫੀਸਰ ਤੋਂ ਕਰਵਾਈ ਜਾਵੇ। ਔਰ ਉਸ ਤੋਂ ਬਾਅਦ ਵੀ DGP ਸਾਹਿਬ ਹੋਰਾਂ ਨੇ ਜਿਹੜੀ ਇਹ ਐਪਲੀਕੇਸ਼ਨ ਮਾਰਕ ਕਰ ਦਿੱਤੀ IGP ਬਾਰਡਰ ਰੇਂਜ ਅੰਮ੍ਰਿਤਸਰ। ਔਰ ਉਸ ਤੋਂ ਬਾਅਦ ਦੇਖਣ ਵਾਲੀ ਗੱਲ ਹੈ, ਦੇਖੋ ਉਹਨਾਂ ਨੇ ਵੀ ਇਨਕੁਆਇਰੀ ਕਿਹਨਾਂ ਨੂੰ ਮਾਰਕ ਕੀਤੀ? SP ਬਟਾਲਾ। ਤੁਸੀਂ ਆਪ ਦੱਸੋ, ਇੱਕ SP ਬਟਾਲਾ SSP ਸਾਹਿਬ ਹੋਰਾਂ ਦੇ ਖਿਲਾਫ ਦਿੱਤੀ ਹੋਈ ਐਪਲੀਕੇਸ਼ਨ ਤੇ ਕੋਈ ਇਨਕੁਆਇਰੀ ਕਰ ਸਕਦੇ ਨੇ? ਬਿਲਕੁਲ ਜੀ, ਸਵਾਲ ਇੱਥੇ ਖੜਾ ਹੁੰਦਾ ਹੈ ਕਿ ਸੀਨੀਅਰ ਅਧਿਕਾਰੀ ਦੇ ਅਗੇਂਸਟ ਕੰਪਲੇਂਟ ਹੋਵੇ ਤਾਂ ਜੂਨੀਅਰ ਅਧਿਕਾਰੀ ਨੂੰ ਉਹਦੀ ਇਨਕੁਆਇਰੀ ਲਈ ਮਾਰਕ ਕਰ ਦਿੱਤਾ ਜਾਵੇ। ਸਵਾਲ ਇਹ ਹੈ ਕਿ ਕਿਆ ਜੂਨੀਅਰ ਅਧਿਕਾਰੀ ਸੀਨੀਅਰ ਅਧਿਕਾਰੀ ਦੇ ਅਗੇਂਸਟ ਜਾਂ ਉਹਦੀ ਇਨਕੁਆਇਰੀ ਕਰ ਸਕਦਾ? ਹੋਣਾ ਕੀ ਚਾਹੀਦਾ ਸੀਗਾ ਕਿ SSP ਤੋਂ ਵੱਡੇ ਅਹੁਦੇ IG ਦੀ ਗੱਲ ਕਰੀਏ, DIG ਦੀ ਗੱਲ ਕਰੀਏ, ਤੇ ਜਾਂ ਕਿਸੇ ਵੀ ਹੋਰ ਅਸੀਂ PCS ਆਫੀਸਰ ਦੀ ਗੱਲ ਕਰੀਏ ਜਾਂ DC ਸਾਹਿਬ ਦੀ ਗੱਲ ਕਰੀਏ, IAS ਅਧਿਕਾਰੀ ਕੋ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਸੀ, ਜਦ ਕਿ ਉਹਨਾਂ ਤੋਂ ਜੂਨੀਅਰ ਲੈਵਲ ਦੇ ਅਧਿਕਾਰੀ ਨੂੰ ਉਹ ਇਨਕੁਆਇਰੀ ਮਾਰਕ ਹੋਈ। ਸਵਾਲ ਇੱਥੇ ਖੜੇ ਹੁੰਦੇ ਨੇ। ਹਾਂ, ਜੇ ਅਗਰ ਜੂਨੀਅਰ ਲੈਵਲ ਦੇ ਆਫੀਸਰ ਤੋਂ ਵੀ ਅਗਰ ਕਾਰਵਾਈ ਕਰਵਾਉਣਾ ਚਾਹੁੰਦੇ ਸੀ, ਭਾਵੇਂ DSP ਤੋਂ SP ਤੋਂ ਵੀ, ਕਮ ਸੇ ਕਮ ਉਹ ਬਾਹਰੀ ਅਧਿਕਾਰੀ ਹੋਣਾ ਚਾਹੀਦਾ ਸੀ, ਜ਼ਿਲ੍ਹੇ ਦਾ ਬਾਹਰੀ ਅਧਿਕਾਰੀ। ਨੈਚੁਰਲੀ ਗੱਲ ਹੈ ਇਨਸਾਫ ਲੈਣ ਵਾਸਤੇ। ਸੋ ਬਹਿਲ ਸਾਹਿਬ, ਤੁਸੀਂ ਜਿੰਨੀਆਂ ਵੀ ਇਹ ਕੰਪਲੇਂਟਾਂ ਦਿੱਤੀਆਂ, ਤੁਹਾਨੂੰ ਜਵਾਬ DGP ਸਾਹਿਬ ਨੂੰ ਕਿਹੜੀ ਤਰੀਕ ਨੂੰ ਆਇਆ ਸੀ? ਜਵਾਬ DGP ਸਾਹਿਬ ਹੋਰਾਂ ਨੂੰ ਮੇਰੇ ਮਾਈਂਡ ਦੇ ਵਿੱਚ ਨਹੀਂ ਹੈ, ਮੇਲ ਰਾਹੀਂ ਮੈਨੂੰ ਜਵਾਬ ਆ ਗਿਆ ਸੀ ਉੱਤੇ, ਔਰ ਡੈਰੀ ਨੰਬਰ ਵੀ ਲੱਗ ਚੁੱਕਾ ਸੀਗਾ, ਔਰ ਹਜੇ ਤੱਕ ਉਸ ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ FIR ਦਰਜ ਹੋਣ ਤੋਂ ਪਹਿਲਾਂ ਜਵਾਬ ਆ ਚੁੱਕਿਆ ਸੀ? ਜੀ ਬਿਲਕੁਲ ਜੀ। ਔਰ ਉਸ ਤੋਂ ਬਾਅਦ ਦੇਖਣ ਵਾਲੀ ਗੱਲ ਹੈ, ਜਦੋਂ 6 ਤਰੀਕ ਨੂੰ ਮੇਰੇ ਤੇ FIR ਹੋਈ, ਉਸ FIR ਦੇ ਵਿੱਚ ਸਾਡਾ ਪੁਲਿਸ ਪ੍ਰਸ਼ਾਸਨ ਇਹਨਾਂ ਦਾ ਸ਼ਾਇਦ ਮੈਨੂੰ ਲੱਗ ਰਿਹਾ ਕਿ ਜਲਦਬਾਜ਼ੀ ਦੇ ਵਿੱਚ ਸੀਗਾ। ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਉਸ ਇਨਸਾਨ ਦਾ ਨਾਮ ਪਾਇਆ ਹੈ ਵਕੂਏ ਦੇ ਵਿੱਚ, ਜਿਹੜਾ ਉਹ ਇਸ ਦੁਨੀਆ ਤੇ ਹੈ ਹੀ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਹੈ, ਮੀਰਾ ਕੁਮਾਰੀ ਜਿਨ੍ਹਾਂ ਦੇ ਹਸਬੰਡ ਦੀ ਡੈਥ ਹੋ ਗਈ ਸੀ, ਜਿਸ ਕਰਕੇ ਉਹਨਾਂ ਤੋਂ ਫੀਸੀਆਂ ਨਹੀਂ ਸੀ ਦਿੱਤੀਆਂ ਜਾ ਰਹੀਆਂ, ਉਹਨਾਂ ਨੇ ਵਕੂਏ ਦੇ ਵਿੱਚ ਪਾਇਆ ਹੈ ਕਿ ਮੀਰਾ ਕੁਮਾਰੀ ਆਪਣੇ ਪਤੀ ਮੁਨੀਸ਼ ਸ਼ਰਮਾ, ਰਮੇਸ਼ ਬਹਿਲ ਅਤੇ 5-6 ਅਣਪਛਾਤੇ ਵਿਅਕਤੀਆਂ ਦੇ ਨਾਲ ਗੇਟਕੀਪਰ ਨੂੰ ਧੱਕਾ ਮਾਰ ਕੇ ਅੰਦਰ ਉਹਨੇ ਗੁੰਡਾਗਰਦੀ ਕੀਤੀ ਹੈ। ਔਰ ਮੈਂ ਦੱਸਣਾ ਚਾਹਾਂਗਾ, ਜਿਹੜਾ ਉਹਨੇ ਵਕੂਏ ਦੇ ਵਿੱਚ ਮੀਰਾ ਕੁਮਾਰੀ ਦੇ ਪਤੀ ਮੁਨੀਸ਼ ਸ਼ਰਮਾ ਦਾ ਜ਼ਿਕਰ ਕੀਤਾ ਹੈ, ਉਹਨਾਂ ਦੀ ਪਹਿਲੇ ਹੀ ਡੈਥ ਹੋ ਚੁੱਕੀ ਸੀ, ਜਿੱਥੋਂ ਬਿਲਕੁਲ ਕਲੀਅਰ ਹੁੰਦਾ ਹੈ ਕਿ ਬਟਾਲਾ ਪੁਲਿਸ ਦੇ ਕੁਝ ਅਧਿਕਾਰੀਆਂ ਨੇ ਇਹ ਆਪਣੇ FIR ਝੂਠੇ ਹੋਣ ਦਾ ਸਿੱਧਾ ਆਪਣੀ FIR ਦੇ ਵਿੱਚ ਹੀ ਸਬੂਤ ਦਿੱਤਾ ਹੈ। ਬਿਲਕੁਲ, ਅਸੀਂ ਇਹ ਕਹਿ ਦਈਏ ਕਿ ਜਿਸ ਤਰੀਕੇ ਨਾਲ ਆਮ ਦੇਖਣ ਚ ਆਉਂਦਾ ਕਿ ਮਨਘੜਤ ਕਹਾਣੀਆਂ ਬਣਾ ਕੇ, ਮਨਘੜਤ ਜਿਹੜੀਆਂ ਨੇ ਉਹ ਕੰਪਲੇਂਟਾਂ ਬਣਾ ਕੇ FIR ਦਰਜ ਕੀਤੀਆਂ ਜਾਂਦੇ ਨੇ। ਸੋ ਜਿਹਦੇ ਵਿੱਚ ਜਿਹੜੀ ਤਕਰੀਬਨ ਅਸੀਂ ਦੇਸ਼ ਦੀ ਕੋਈ ਕਿਸੇ ਵੀ ਰਾਜ ਦੀ ਪੁਲਿਸ ਜਿਹੜੀ ਆ ਬਹੁਤ ਹੀ ਮਸ਼ਗੂਲ ਹੈ, ਬਹੁਤ ਹੀ ਅਸੀਂ ਕਹਿ ਦਈਏ ਕਿ ਪਰਪੱਕ ਹੈ। ਸੋ ਦੇਖੋ, ਜਿਸ ਬੰਦੇ ਦੀ ਡੈਥ ਹੋ ਚੁੱਕੀ ਹੈ ਉਹਦਾ ਨਾਮ ਜ਼ਿਕਰ ਕਰਨਾ ਕਿ ਇਕੱਠਾ ਹੋ ਕੇ ਇਹਨਾਂ ਨੇ ਇੱਕ ਗਰੁੱਪ ਦੇ ਵਿੱਚ ਆਣ ਕੇ ਉਹ ਘਟਨਾਕ੍ਰਮ ਨੂੰ ਅੰਜਾਮ ਦੇਣਾ,
ਸੋ ਇਹ ਲਿਖ ਕੌਣ ਰਿਹਾ ਵਾ? ਕਿਤੇ ਨਾ ਕਿਤੇ ਐਸਐਸਪੀ ਦੇ ਕਹਿਣ ਦੇ ਉੱਤੇ ਉਹ ਕਾਰਵਾਈ ਹੋ ਰਹੀ ਹੈ ਐਂਡ ਡੀਐਸਪੀ ਸਾਹਿਬ ਇਹਦੀ ਐਫਆਈਆਰ ਦਰਜ ਕਰਾ ਰਹੇ ਨੇ। ਸੋ ਮੀਨਸ ਇੱਕ ਆਈਪੀਐਸ ਲੈਵਲ ਦੇ ਅਧਿਕਾਰੀ ਤੇ ਇੱਕ ਪੀਪੀਐਸ ਲੈਵਲ ਦੇ ਅਧਿਕਾਰੀ, ਸੋ ਇੱਥੋਂ ਸਮਝ ਸਕਦੇ ਹਾਂ ਕਿ ਸਾਡੀ ਪੰਜਾਬ ਪੁਲਿਸ ਕਿੰਨੀ ਕੁ ਅਸੀਂ ਕਹਿ ਦਈਏ ਕਿ ਪਰਪੱਕ ਹੈ। ਸੋ ਗੱਲ ਇੱਥੇ ਹੈ ਕਿ ਸਵਾਲ ਖੜੇ ਹੁੰਦੇ ਨੇ ਹਮੇਸ਼ਾ ਹੀ ਪੁਲਿਸ ਦੇ ਵਿੱਚ। ਪੁਲਿਸ ਜਦੋਂ ਘੇਰੇ ਦੇ ਵਿੱਚ ਆਉਂਦੀ ਹੈ ਸੋ ਉਹਨਾਂ ਕੋਲੋਂ ਬਹੁਤ ਊਣਤਾਈਆਂ ਹੁੰਦੀਆਂ ਨੇ, ਭਾਵੇਂ ਜਿੰਨਾ ਮਰਜ਼ੀ ਛਾਤਰ ਕੋਈ ਹੋਵੇ, ਜਿੰਨਾ ਮਰਜ਼ੀ ਸਮਾਰਟ ਹੋਵੇ, ਕਿਤੇ ਨਾ ਕਿਤੇ ਕਲੂ ਜਿਹੜਾ ਵਾ ਸੁਰਾਗ ਛੱਡਿਆ ਜਾਂਦਾ। ਸੋ ਅੱਜ ਕਿਤੇ ਨਾ ਕਿਤੇ ਉਹ ਸਿਰਫ ਐਫਆਈਆਰ ਦੇ ਵਿੱਚ ਹੀ ਸਾਬਤ ਹੋ ਰਿਹਾ। ਸੋ ਇਸ ਵਕਤ ਬਹਿਲ ਸਾਹਿਬ ਤੁਸੀਂ ਕਿਸ ਤਰੀਕੇ ਨਾਲ ਤੁਸੀਂ ਜ਼ਮਾਨਤ ਤੇ ਹੋ ਜਾਂ ਕਿਸ ਇਸ ਟਾਈਮ ਸਟੇਟਸ ਦੇ ਵਿੱਚ ਤੁਸੀਂ ਹੋ? ਮਾਨਯੋਗ ਮਾਨਯੋਗ ਸੈਸ਼ਨ ਕੋਰਟ ਤੋਂ ਇੱਕ ਬੇਲ ਐਪਲੀਕੇਸ਼ਨ ਲਗਾਈ ਸੀ ਜਿਸ ਦੇ ਵਿੱਚ ਮੈਨੂੰ ਇੰਟਰਮ ਮਿਲੀ ਸੀ ਔਰ ਇੱਕ ਹਫ਼ਤੇ ਦੇ ਬਾਅਦ ਸਾਰੇ ਐਵੀਡੈਂਸ ਮੇਰੇ ਕੋਲ ਸੀਗੇ। ਫਿਰ ਵੀ ਚਲੋ ਯਾਨੀ ਕਿ ਮੈਨੂੰ ਉਧਰੋਂ ਜਿਹੜੀ ਮੇਰੀ ਜ਼ਮਾਨਤ ਸੀ ਉਹ ਡਿਸਮਿਸ ਹੋ ਗਈ ਸੀ। ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਵਿੱਚ ਮੈਂ ਆਪਣੀ ਬੇਲ ਐਪਲੀਕੇਸ਼ਨ ਲਗਾਈ ਜਿਸ ਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਮੇਰੀ ਗ੍ਰਿਫਤਾਰੀ ਤੇ ਰੋਕ ਲੱਗੀ ਹੋਈ ਹੈ ਔਰ ਅਗਲੀ ਤਰੀਕ 5 ਮਈ ਪਈ ਹੈ ਔਰ ਉਸ ਦੇ ਵਿੱਚ ਪੁਲਿਸ ਵੱਲੋਂ ਜਵਾਬ ਮੰਗਿਆ ਗਿਆ ਹੈ। ਸੋ ਬਹਿਲ ਸਾਹਿਬ, ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਹਮੇਸ਼ਾ ਸਵਾਲ ਖੜਾ ਹੁੰਦਾ ਹੈ ਕਿ ਤੁਹਾਡੇ ਤੋਂ ਤੁਸੀਂ ਸਟਿੰਗ ਵੀ ਕੀਤੇ ਨੇ। ਸੋ ਸਟਿੰਗ ਜਿਹੜੇ ਨੇ ਉਹ ਉਸ ਟਾਈਮ ਲਗਾਏ ਗਏ ਨੇ ਕੋਰਟ ਦੇ ਵਿੱਚ, ਉਹ ਤੁਸੀਂ ਐਵੀਡੈਂਸ ਜਦੋਂ ਜ਼ਮਾਨਤ ਲਈ ਹੈਗੀ ਹੈ ਜੀ? ਜਿਹੜੀਆਂ ਐਪਲੀਕੇਸ਼ਨਾਂ ਕੋਰਟ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਬਿਲਕੁਲ ਕਲੀਅਰ ਲਿਖਿਆ ਹੈ ਕਿ ਮੇਰੇ ਕੋਲ ਵੀਡੀਓ ਐਵੀਡੈਂਸ ਹੈ ਜਿਸ ਦੇ ਵਿੱਚ ਡੀਐਸਪੀ ਸਾਹਿਬ ਸਿੱਧਾ ਕਹਿ ਰਹੇ ਨੇ ਤੇਰੇ ਤੇ ਕੋਈ ਮਾਮਲਾ ਨਹੀਂ ਬਣਦਾ, ਬਟ ਐਸਐਸਪੀ ਸਾਹਿਬ ਦਬਾਅ ਪਾ ਰਹੇ ਨੇ ਕਿ ਉਹਨਾਂ ਤੇ ਪਰਚਾ ਕਰੋ। ਔਰ ਇਹਦੇ ਵਿੱਚ ਮੈਂ ਕੁਝ ਹੋਰ ਵੀ ਚੀਜ਼ਾਂ ਦੱਸਣਾ ਚਾਹਾਂਗਾ। ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮਨੀਸ਼ ਸ਼ਰਮਾ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਮੌਜੂਦ ਨਹੀਂ ਨੇ, ਉਹਨਾਂ ਦੀ ਪਤਨੀ ਮੀਰਾ ਕੁਮਾਰੀ ਔਰ 5-6 ਅਣਪਛਾਤੇ ਵਿਅਕਤੀ, ਬਹੁਤ ਵੱਡਾ ਸਕੂਲ ਹੈ, ਸਕੂਲ ਦੇ ਵਿੱਚ 20-25-30 ਕੈਮਰੇ ਵੀ ਲੱਗੇ ਹੋਣਗੇ। ਮੈਂ ਕਹਿਣਾ ਚਾਹਾਂਗਾ ਮੇਰੀ ਇੱਕ ਸਿਰਫ ਫੋਟੋ, ਵੀਡੀਓ ਤੇ ਦੂਰ ਦੀ ਗੱਲ ਹੈ, ਇੱਕ ਫੋਟੋ ਦੱਸ ਦਿੱਤੀ ਜਾਵੇ ਕਿ ਮੇਰੇ ਨਾਲ ਕਦੀ ਵੀ 5-6-7 ਵਿਅਕਤੀ ਨੇ, ਮੈਂ ਸਾਰੀ ਜ਼ਿੰਦਗੀ ਜੇਲ੍ਹ ਦੇ ਅੰਦਰ ਭੁਗਤਣ ਨੂੰ ਤਿਆਰ ਹਾਂ। ਰਿਐਲਿਟੀ ਇਹ ਸੀਗੀ ਕਿ ਕੈਂਪ ਸਕੂਲ ਦੇ ਅੰਦਰ ਮੈਂ ਸਿਰਫ ਔਰ ਸਿਰਫ ਇੱਕ ਵਾਰੀ ਗਿਆ, ਉਹ ਵੀ ਜਦੋਂ ਪ੍ਰਿੰਸੀਪਲ ਹੋਰਾਂ ਦਾ ਵਰਸ਼ਨ ਲੈਣਾ ਜ਼ਰੂਰੀ ਸੀਗਾ। ਗੇਟ ਤੋਂ ਪ੍ਰਿੰਸੀਪਲ ਸਾਹਿਬ ਆਪਣੀ ਗੱਡੀ ਦੇ ਵਿੱਚ ਮੈਨੂੰ ਬਿਠਾ ਕੇ ਆਫਿਸ ਤੱਕ ਲੈ ਕੇ ਗਏ ਨੇ। ਦੈਨ ਉਹਨਾਂ ਦਾ ਵਰਸ਼ਨ ਲੈਣ ਤੋਂ ਬਾਅਦ ਮੈਂ ਵਾਪਿਸ ਆਇਆ। ਮੇਰੇ ਨਾਲ ਸਿਰਫ ਔਰ ਸਿਰਫ ਇੱਕ ਕੈਮਰਾਮੈਨ ਤੋਂ ਇਲਾਵਾ ਕੋਈ ਵੀ ਨਹੀਂ ਸੀ। ਸੋ ਇਹ ਜਿਹੜੇ ਇਲਜ਼ਾਮ ਉਹਨਾਂ ਨੇ ਲਗਾਏ ਨੇ ਸਰਾਸਰ ਝੂਠੇ ਨੇ। ਇਹ ਚੀਜ਼ ਇੱਥੇ ਹੀ ਨਹੀਂ ਖਤਮ ਹੋਈ। ਉਸ ਤੋਂ ਬਾਅਦ ਮੈਂ ਆਪਣੇ ਬ੍ਰਦਰ, ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ, ਇੱਕ ਐਪਲੀਕੇਸ਼ਨ ਮੈਂ ਐਫਆਈਆਰ ਹੋਣ ਤੋਂ ਬਾਅਦ ਡੀਜੀਪੀ ਸਾਹਿਬ ਹੋਰਾਂ ਨੂੰ ਹੋਰ ਦਿੱਤੀ 23/1/2021 ਨੂੰ, ਜਿਸ ਦੇ ਵਿੱਚ ਮੈਂ ਬਿਲਕੁਲ ਕਲੀਅਰ ਉਹਨਾਂ ਨੂੰ ਦੱਸਿਆ ਹੋਇਆ ਕਿ ਮੇਰੇ ਤੇ ਝੂਠੀ ਐਫਆਈਆਰ ਦਰਜ ਕਰ ਦਿੱਤੀ ਗਈ ਹੈ। ਬਟ ਉਸ ਦਾ ਰਿਪਲਾਈ ਆਇਆ, ਉਹ ਵੀ ਆਈਜੀਪੀ ਬਾਰਡਰ ਰੇਂਜ ਅੰਮ੍ਰਿਤਸਰ ਕੋ ਮਾਰਕ ਹੋਈ ਹੈ। ਉਸ ਤੋਂ ਬਾਅਦ ਹੀ ਮੈਨੂੰ ਇੱਕ ਵੀ ਕਾਲ ਨਹੀਂ ਆਈ, ਨਾ ਮੈਨੂੰ ਪੁੱਛਿਆ ਗਿਆ ਕਿਸੇ ਚੀਜ਼ ਬਾਰੇ। ਇਹਦੇ ਵਿੱਚ ਕੋਈ ਐਸਆਈਟੀ ਵੀ ਜਿਹੜੀ ਬਣਾਈ ਗਈ ਹੈ ਡੀਜੀਪੀ ਸਾਹਿਬ ਵੱਲੋਂ? ਨਹੀਂ ਜੀ, ਹਜੇ ਤੱਕ ਕੁਝ ਨਹੀਂ ਬਣਾਇਆ ਗਿਆ। ਔਰ ਇਸ ਤੋਂ ਬਾਅਦ ਇਹ ਸਾਰੇ ਮਾਮਲਾ ਜਦੋਂ ਸਾਹਮਣੇ ਲੈ ਕੇ ਆ ਰਹੇ ਹਾਂ, ਇੱਕ ਐਪਲੀਕੇਸ਼ਨ ਮੈਂ 3 ਦਿਨ ਪਹਿਲੇ ਹੋਰ ਦਿੱਤੀ ਹੈ ਜਿਸ ਦੇ ਵਿੱਚ ਡੀਜੀਪੀ ਸਾਹਿਬ ਹੋਰਾਂ ਨੂੰ ਮੈਂ ਇੱਕ ਚੀਜ਼ ਆਖੀ ਹੈ, ਇਨਸਾਫ ਨਾ ਮਿਲਣ ਤੇ ਆਈਜੀਪੀ ਅੰਮ੍ਰਿਤਸਰ ਦੇ ਦਫ਼ਤਰ ਦੇ ਅੱਗੇ ਭੁੱਖ ਹੜਤਾਲ ਤੇ ਬੈਠਾਂਗਾ। ਅਗਰ 10 ਦਿਨਾਂ ਦੇ ਵਿੱਚ ਕ੍ਰਾਈਮ ਬ੍ਰਾਂਚ ਦੇ ਮਿਨੀਮਮ ਆਈਜੀ ਰੈਂਕ ਦੇ ਕਿਸੇ ਅਧਿਕਾਰੀ ਤੋਂ ਇਸ ਮਾਮਲੇ ਦੀ ਜਾਂਚ ਨਹੀਂ ਕਰਵਾਈ ਜਾਂਦੀ ਤਾਂ ਠੀਕ 10 ਦਿਨ ਬਾਅਦ ਆਈਜੀਪੀ ਬਾਰਡਰ ਰੇਂਜ ਅੰਮ੍ਰਿਤਸਰ ਦੇ ਬਾਹਰ ਮੈਂ ਭੁੱਖ ਹੜਤਾਲ ਤੇ ਬੈਠਾਂਗਾ। ਔਰ ਇਹ ਭੁੱਖ ਹੜਤਾਲ ਉਦੋਂ ਤੱਕ ਚੱਲੇਗੀ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ। ਸੋ ਬਿਲਕੁਲ ਰਮੇਸ਼ ਬਹਿਲ ਜੀ ਨੇ, ਦੇਖੋ ਜੀ, ਹੁਣ ਤੱਕ ਆਪਣੇ ਆਪ ਨੂੰ ਦੇਖੋ, ਕੋਈ ਵੀ ਕ੍ਰਾਈਮ ਕਰਨ ਵਾਲਾ ਬੰਦਾ ਕਿਸੇ ਨੂੰ ਕੋਈ ਵੀ ਐਪਲੀਕੇਸ਼ਨ ਨਹੀਂ ਭੇਜਦਾ। ਆਪਣੇ ਬਚਾਅ ਦੇ ਲਈ ਜੋ ਸਾਜ਼ਿਸ਼ ਰਚੀ ਜਾ ਰਹੀ ਸੀ ਉਹਦੇ ਬਾਰੇ ਵੀ ਜ਼ਿਕਰ ਕਰ ਦਿੱਤਾ। ਉਹ ਤੋਂ ਬਾਅਦ ਵਿੱਚ ਐਫਆਈਆਰ ਦਰਜ ਹੁੰਦੀ ਹੈ। ਐਫਆਈਆਰ ਦਰਜ ਹੋਣ ਤੋਂ ਬਾਅਦ ਵਿੱਚ ਜਿਹੜੀ ਹੈ ਫਿਰ ਐਪਲੀਕੇਸ਼ਨਾਂ ਭੇਜਦੇ ਆ। ਬਟ ਸਵਾਲ ਉਹੀ ਸੀਗਾ ਕਿ ਇੱਕ ਸੀਨੀਅਰ ਅਧਿਕਾਰੀ ਦੀ ਇਨਕੁਆਇਰੀ ਜੂਨੀਅਰ ਅਧਿਕਾਰੀ ਕਿੱਦਾਂ ਕਰ ਸਕਦਾ। ਸੋ ਇਨਸਾਫ ਦੇ ਇੰਤਜ਼ਾਰ ਦੇ ਵਿੱਚ ਆ। ਸੋ ਕਿਤੇ ਨਾ ਕਿਤੇ ਅਸੀਂ ਹਮੇਸ਼ਾ ਹੀ ਇੱਕ ਦੂਜੇ ਦੇ ਨਾਲ ਖੜੇ ਹਾਂ, ਸਮਾਜ ਦੇ ਵਿੱਚ ਆ। ਸੋ ਸਮਾਜ ਦੀ ਗੱਲ ਕਰੀਏ ਤੇ ਪੱਤਰਕਾਰਤਾ ਦੀ ਗੱਲ ਕਰੀਏ ਤੇ ਇੱਕ ਦੂਜੇ ਦੇ ਨਾਲ ਹਮੇਸ਼ਾ ਖੜਦੇ ਹਾਂ। ਸੋ ਗਲਤ ਕਾਰਵਾਈਆਂ ਹਮੇਸ਼ਾ ਹੁੰਦੀਆਂ ਹੀ ਨੇ ਤੇ ਕਿਤੇ ਨਾ ਕਿਤੇ ਇਹ ਪੱਤਰਕਾਰੀ ਨੇ ਕਿ ਜਦੋਂ ਕੋਈ ਪੁਲਿਸ ਅਧਿਕਾਰੀ ਬਹੁਤ ਵੱਡਾ ਕੋਈ ਮਾਰਕਾ ਮਾਰਦਾ ਤੇ ਪੱਤਰਕਾਰ ਹੀ ਉਹਨਾਂ ਨੂੰ ਵੱਡੇ ਅਫਸਰ ਬਣਾਉਂਦਾ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੇ ਇਨਾਮ ਵੀ ਮਿਲਦੇ ਨੇ, ਤਰੱਕੀਆਂ ਵੀ ਮਿਲਦੀਆਂ ਨੇ। ਪਰ ਅੱਜ ਪੱਤਰਕਾਰਤਾ ਦੇ ਉੱਤੇ ਹਮਲਾ, ਕਿਤੇ ਨਾ ਕਿਤੇ ਅਸੀਂ ਗੱਲ ਕਹਿ ਦਈਏ ਕਿ ਦੇਸ਼ ਦੇ ਵਿੱਚ ਜਿਹੜੀ ਲੋਕਤੰਤਰ ਨੂੰ ਵੱਡਾ ਖਤਰਾ ਹੈ। ਕਿਉਂਕਿ ਸਾਡੀ ਗੱਲ ਫਰੀडम ਆਫ ਸਪੀਚ ਦੀ ਗੱਲ ਕਰੀਏ, ਆਰਟੀਕਲ 19 ਦੇ ਵਿੱਚ ਵੀ ਇਹ ਕਿਹਾ ਜਾਂਦਾ ਕਿ ਤੁਹਾਨੂੰ ਅਧਿਕਾਰ ਹੈ ਕਿ ਤੁਸੀਂ ਬੋਲ ਸਕਦੇ ਹੋ ਲੋਕਤੰਤਰ ਦੇ ਆਰਟੀਕਲ 19 ਦੇ ਮੁਤਾਬਕ। ਸੋ ਬਹਿਲ ਸਾਹਿਬ ਨੇ ਬਹੁਤ ਖੁਲਾਸੇ ਕੀਤੇ। ਐਫਆਈਆਰ ਦਰਜ ਹੋ ਚੁੱਕੀ ਹੈ 6/1/2021 ਨੂੰ। 21 ਦੀ ਗੱਲ ਕਰੀਏ ਤਾਂ ਇਨਸਾਫ ਦੇਖੋ ਕੀ ਮਿਲਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ। ਔਰ ਮੈਂ ਆਪਣੇ ਪਬਲਿਕ ਨੂੰ ਇੱਕ ਚੀਜ਼, ਇਹ ਮਾਮਲਾ ਹਜੇ ਇੱਥੇ ਖਤਮ ਨਹੀਂ ਹੋਇਆ। ਉਸ ਤੋਂ ਬਾਅਦ ਮੈਂ ਇਹ ਵੀ ਦੱਸਣਾ ਚਾਹਾਂਗਾ, ਜਦੋਂ ਅੱਜ ਤੋਂ 5 ਦਿਨ ਪਹਿਲੇ ਮਾਨਯੋਗ ਹਾਈ ਕੋਰਟ ਵੱਲੋਂ
ਮੇਰੀ ਗ੍ਰਿਫਤਾਰੀ ਤੇ ਰੋਕ ਲੱਗੀ। ਉਸ ਤੋਂ ਬਾਅਦ ਮੈਨੂੰ ਇੱਕ ਆਈਓ ਦੇ ਆਪਣੇ ਚੌਂਕੀ ਤੋਂ ਕਾਲ ਆਂਦੀ ਹੈ ਕਿ ਬੈਲ ਸਾਹਿਬ ਤੁਸੀਂ ਉਸ ਜਿਹੜੀਆਂ ਸੀਡੀਆਂ ਤੁਸੀਂ ਕੋਰਟ ਦੇ ਵਿੱਚ ਲਗਾਈਆਂ ਨੇ ਨਿਊਜ਼ ਵਾਲੀਆਂ, ਉਹਦੀਆਂ 4 ਸੀਡੀਆਂ ਸਾਨੂੰ ਦਿੱਤੀਆਂ ਜਾਣ। ਮੈਂ ਉਹਨਾਂ ਨੂੰ ਇੱਕੋ ਕੁਐਸਚਨ ਕੀਤਾ, 4 ਸੀਡੀਆਂ ਕੀ ਕਰਨੀਆਂ? ਉਹਨਾਂ ਨੇ ਜਦੋਂ ਮੇਰੀ ਆਈਓ ਨਾਲ ਗੱਲ ਕਰਾਈ ਤਾਂ ਆਈਓ ਦਾ ਕੀ ਕਹਿਣਾ ਸੀ ਕਿ ਬੈਲ ਸਾਹਿਬ ਜਲਦੀ ਤੁਸੀਂ ਸੀਡੀਆਂ ਦੇ ਦਿਓ, ਰਿਪੋਰਟ ਬਣਾ ਕੇ ਭੇਜਣੀਆਂ, ਨਹੀਂ ਤੇ ਫਿਰ ਤੁਹਾਡੀਆਂ ਚੀਕਾਂ ਨਿਕਲ ਜਾਣਗੀਆਂ। ਮੇਰੇ ਕਹਿਣ ਦਾ ਮਤਲਬ ਇੱਕ ਆਈਓ ਆਫੀਸਰ ਮਾਨਯੋਗ ਹਾਈ ਕੋਰਟ ਦੇ ਵੱਲੋਂ ਗ੍ਰਿਫਤਾਰੀ ਤੇ ਰੋਕ ਲੱਗਣ ਤੋਂ ਬਾਅਦ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਮੇਰੀ ਚੀਕਾਂ ਕਢਵਾਣਗੇ। ਜਦੋਂ ਇਸ ਮਾਮਲੇ ਬਾਰੇ ਮੈਂ ਆਪਣੇ ਸੀਨੀਅਰ ਦੇ ਨਾਲ ਰਵੀ ਰੰਧਾਵਾ ਹੋਰਾਂ ਨਾਲ ਮੈਂ ਗੱਲਬਾਤ ਕੀਤੀ ਕਿ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ, ਤਾਂ ਮੈਂ ਔਰ ਰਵੀ ਰੰਧਾਵਾ ਚੌਂਕੀ ਦੇ ਵਿੱਚ ਗਏ। ਚੌਂਕੀ ਦੇ ਵਿੱਚ ਜਾ ਕੇ ਜਦੋਂ ਅਸੀਂ ਦੇਖਿਆ ਆਈਓ ਹੈ ਨਹੀਂ ਸੀ। ਅੰਮ੍ਰਿਤਪਾਲ ਸਿੰਘ ਰੰਧਾਵਾ ਜੋ ਇਸ ਕੇਸ ਦੇ ਆਈਓ ਨੇ, ਉਹਨਾਂ ਦੇ ਨਾਲ ਜਦੋਂ ਮੇਰੇ ਸੀਨੀਅਰ ਅਧਿਕਾਰੀ ਦੀ ਗੱਲ ਹੋਈ ਫੋਨ ਤੇ, ਤਾਂ ਉਹਨਾਂ ਦਾ ਕੀ ਕਹਿਣਾ ਸੀਗਾ, ਸਵੇਰੇ 10 ਵਜੇ ਆ ਜਿਓ ਕਿ ਤੁਸੀਂ ਜਿਹੜੀ ਲਾਸਟ ਟਾਈਮ ਇਨਵੈਸਟੀਗੇਸ਼ਨ ਜੁਆਇਨ ਕਰਨੀ ਸੀ, ਤੁਸੀਂ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ। ਜਦ ਕਿ 3 ਦਿਨ ਇਨਵੈਸਟੀਗੇਸ਼ਨ ਜੁਆਇਨ ਕਰਨੀ ਸੀ, ਉਦੋਂ ਜਦੋਂ ਮੇਰੀ ਇੰਟਰਨ ਹੋਈ ਸੀ 3 ਦਿਨ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਕੇ ਆਇਆ ਸੀ। ਜਦੋਂ ਇਸ ਮਾਮਲੇ ਤੇ ਉਹਨਾਂ ਨੇ ਮੇਰੇ ਸੀਨੀਅਰ ਨੂੰ ਧਮਕਾਇਆ ਕਿ ਤੁਸੀਂ ਜ਼ਿਆਦਾ ਨਾ ਬੋਲੋ, ਤੁਹਾਡਾ ਵੀ ਨਾਮ ਕਿਤੇ ਨਾ ਕਿਤੇ ਵਕੂਏ ਦੇ ਵਿੱਚ ਆ ਰਿਹਾ ਹੈ ਔਰ ਆਈਓ ਦੇ ਹੱਥ 'ਚ ਇੰਨੀ ਪਾਵਰ ਹੁੰਦੀ ਹੈ, ਉਹ ਕੁਝ ਵੀ ਕਰ ਸਕਦਾ ਹੈ, ਮੈਂ ਤੁਹਾਡਾ ਵੀ ਨਾਮ ਵਿੱਚ ਪਾ ਦਿਆਂਗਾ। ਉਸੇ ਦਿਨ ਰਾਤ ਨੂੰ ਮੇਰੇ ਸੀਨੀਅਰ ਦਾ ਨਾਮ ਵਿੱਚ ਪਾ ਕੇ ਇਨਲੀਗਲ ਤਰੀਕੇ ਦੇ ਨਾਲ ਮੇਰੇ ਸੀਨੀਅਰ ਦੇ ਘਰ ਰਵੀ ਰੰਧਾਵਾ ਜੋ ਕਿ ਫਤਿਹਗੜ੍ਹ ਚੂੜੀਆਂ ਦੇ ਨਾਲ ਲੱਗਦੇ ਪਿੰਡ ਖਜ਼ਾਨੇ ਕੋਟ ਦੇ ਰਹਿਣ ਵਾਲੇ ਨੇ, ਰਾਤੀ 10:30 ਵਜੇ ਇਨਲੀਗਲ ਤਰੀਕੇ ਦੇ ਨਾਲ ਆਈਓ ਵੱਲੋਂ 3 ਗੱਡੀਆਂ ਦੇ ਵਿੱਚ 20 ਤੋਂ 25 ਪੁਲਿਸ ਮੁਲਾਜ਼ਮ ਲੈ ਕੇ ਉਹਨਾਂ ਦੇ ਘਰ ਰੇਡ ਕੀਤੀ ਗਈ। ਔਰ ਸਭ ਤੋਂ ਵੱਡੀ ਚੀਜ਼, ਉਹਦੀ ਰੇਡ ਦੇ ਵਿੱਚ ਕੋਈ ਵੀ ਮਹਿਲਾ ਅਧਿਕਾਰੀ ਨਹੀਂ ਸੀ। ਔਰ ਦਰਵਾਜ਼ੇ ਦਾ ਲੋਕ ਤੋੜਨ ਤੋਂ ਬਾਅਦ ਜਦੋਂ ਕਮਰੇ ਦੇ ਵਿੱਚ ਪ੍ਰਵੇਸ਼ ਕੀਤਾ ਗਿਆ, 3 ਮੋਬਾਈਲ ਫੋਨ, ਕੁਝ ਆਈਡੀ ਕਾਰਡ, ਆਧਾਰ ਕਾਰਡ ਔਰ ਚੈਨਲ ਦੀ ਆਈਡੀ ਵੀ ਜਬਰਨ ਨਾਲ ਲੈ ਕੇ ਗਏ। ਔਰ ਉੱਥੇ ਜਾ ਕੇ ਸੀਨੀਅਰ ਦੇ ਮਦਰ ਨੂੰ ਵੀ ਇਹ ਵੀ ਧਮਕਾਇਆ ਗਿਆ ਕਿ ਅਸੀਂ ਚਿੱਟੇ ਦਾ ਪਰਚਾ ਪਾ ਦੇਵਾਂਗੇ, ਅਸੀਂ ਕੱਟੇ ਦਾ ਪਰਚਾ ਪਾ ਦੇਵਾਂਗੇ। ਸੋ ਕਿਆ ਇਹੀ ਕਾਨੂੰਨ ਹੈ? ਸੋ ਬਿਲਕੁਲ ਬਹਿਲ ਸਾਹਿਬ ਦੇ ਜਿਹੜੇ ਸਵਾਲ ਖੜੇ ਕੀਤੇ ਨੇ ਵੀ ਕਾਨੂੰਨ ਇਨਸਾਫ ਕਦੋਂ ਤੇ ਕਿੱਥੇ ਮਿਲੇਗਾ, ਸੋ ਕਿਹਦੇ ਕੋਲ ਮਿਲੇਗਾ? क्या इंसाफ हमेशा अखां ते पट्टी बन के रखेगा? सो वड्डे सवाल खड़े किए गए ने इस टाइम पंजाब पुलिस दे वल्लों कीतियां गईयां कार्रवाइयां दे उत्ते। सो जुड़े रहो नेशन पोस्ट नाल। ਅਸੀਂ ਇਸ ਤੋਂ ਬਾਅਦ ਮੈਂ ਇੱਕ ਹੋਰ ਖੁਲਾਸਾ ਕਰਨਾ ਚਾਹਾਂਗਾ। ਜਦੋਂ ਇਸ ਮਾਮਲੇ ਦੀ ਜਾਣਕਾਰੀ ਸਾਨੂੰ ਮਿਲੀ, ਸਵੇਰੇ ਫਤਿਹਗੜ੍ਹ ਚੂੜੀਆਂ ਦੇ ਐਸਐਚਓ ਸਾਹਿਬ ਨੂੰ ਅਸੀਂ ਕਾਲ ਕਰਕੇ ਪੁੱਛਣਾ ਚਾਹਿਆ ਕਿ ਉਹ ਰੇਡ ਕਿੱਥੋਂ ਹੋਈ ਹੈ, ਕਿਉਂਕਿ ਜਦੋਂ ਆਈਓ ਨੇ ਰਾਤੀ ਰੇਡ ਕੀਤੀ ਸੀ, ਉਹਨਾਂ ਦੇ ਪਰਿਵਾਰ ਦੇ ਵਿੱਚ ਇਹ ਕਿਹਾ ਗਿਆ ਸੀਗਾ, ਕਦੀ ਕਹਿ ਰਹੇ ਸੀ ਕਿ ਦਿੱਲੀੋਂ ਰੇਡ ਹੋਈ ਹੈ, ਕਦੀ ਕਹਿ ਰਹੇ ਸੀ ਸਿਟੀ ਥਾਣੇ ਤੋਂ ਰੇਡ ਹੋਈ ਹੈ। ਜਦੋਂ ਅਸੀਂ ਉਸ ਪਤਾ ਕਰਨਾ ਚਾਹਿਆ ਕਿ ਰੇਡ ਕਿੱਥੋਂ ਹੋਈ ਸੀ ਔਰ ਮੋਬਾਈਲ ਫੋਨਸ ਵਗੈਰਾ ਔਰ ਜੋ ਵੀ ਨਗਦੀ ਲੈ ਕੇ ਗਏ ਨੇ, ਉਸ ਚੀਜ਼ ਦੀ ਕੋਈ ਵੀ ਰਿਸੀਵਿੰਗ ਉਹਨਾਂ ਨੇ ਨਹੀਂ ਦਿੱਤੀ। ਤਾਂ ਫਤਿਹਗੜ੍ਹ ਚੂੜੀਆਂ ਦੇ ਐਸਐਚਓ ਸਾਹਿਬ ਨੂੰ ਸਵੇਰੇ ਅਸੀਂ ਕਾਲ ਕਰਕੇ ਪੁੱਛਿਆ ਕਿ ਰਾਤੀ ਰੇਡ ਹੋਈ ਸੀ, ਤੁਹਾਡੀ ਨੌਲੇਜ ਵਿੱਚ ਜ਼ਰੂਰ ਹੋਏਗਾ, ਕਿਉਂਕਿ ਜਦੋਂ ਬਾਹਰੀ ਪੁਲਿਸ ਆ ਕੇ ਰੇਡ ਕਰਦੀ ਹੈ ਤਾਂ ਲੋਕਲ ਥਾਣੇ ਦੇ ਵਿੱਚ ਇਨਫੋਰਮ ਕਰਦੀ ਹੈ। ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਮੇਰੀ ਨੌਲੇਜ ਦੇ ਵਿੱਚ ਨਹੀਂ ਹੈ। ਇਸ ਚੀਜ਼ ਦੀ ਵੀ ਸਾਡੇ ਕੋਲ ਕਾਲ ਰਿਕਾਰਡਿੰਗ ਪਈ ਹੈ ਔਰ ਉਹਨਾਂ ਨੇ ਕਿਹਾ ਸੀ ਸਿਟੀ ਥਾਣੇ ਤੋਂ ਰੇਡ ਹੋਈ ਹੈ। ਸਿਟੀ ਥਾਣੇ ਦੇ ਮੁੰਸ਼ੀ ਦੇ ਨਾਲ ਜਦੋਂ ਸਾਡੀ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਮੇਰੀ ਨੌਲੇਜ ਦੇ ਵਿੱਚ ਨਹੀਂ ਹੈ। ਔਰ ਚੌਂਕੀ ਨੂੰ ਲੱਗਦੇ ਥਾਣੇ ਸਿਵਲ ਲਾਈਨ, ਜਦੋਂ ਸਿਵਲ ਲਾਈਨ ਅਸੀਂ ਕਾਲ ਕੀਤੀ, ਐਸਐਚਓ ਅਮੋਲਕ ਸਿੰਘ ਹੋਰਾਂ ਦਾ ਕਹਿਣਾ ਸੀਗਾ ਕਿ ਸਾਡੀ ਨੌਲੇਜ ਦੇ ਵਿੱਚ ਵੀ ਨਹੀਂ ਹੈ। ਇੱਕ ਐਸੀ ਰੇਡ ਸੀ ਕਿ ਕਾਈਓ ਐਸਆਈ ਰੇਡ ਕਰ ਰਿਹਾ ਹੈ ਔਰ ਸੀਨੀਅਰ ਅਧਿਕਾਰੀਆਂ ਨੂੰ ਵੀ ਨਹੀਂ ਪਤਾ ਕਿ ਅਸੀਂ ਉੱਥੇ ਰੇਡ ਕਰਨ ਜਾ ਰਹੇ ਹਾਂ। ਇੱਧਰ ਤੱਕ ਕਿ ਲੋਕਲ ਸੰਬੰਧਿਤ ਥਾਣੇ ਨੂੰ ਵੀ ਨਹੀਂ ਪਤਾ ਕਿ ਅਸੀਂ ਰੇਡ ਕਰਨ ਜਾ ਰਹੇ ਹਾਂ। ਸੋ ਬੜੀ ਬਿਲਕੁਲ ਕਲੀਅਰ ਗੱਲ ਹੈ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਸੋ ਬਟਾਲਾ ਪੁਲਿਸ ਦੇਖੋ, ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਨੈਚੁਰਲੀ ਗੱਲ ਹੈ, ਜਿੱਥੇ ਵੀ ਕਿਤੇ ਕੋਈ ਰੇਡ ਹੋਏਗੀ ਉਸ ਇਲਾਕੇ ਦੇ ਸੰਬੰਧਿਤ ਥਾਣੇ ਨੂੰ ਹਰ ਹਾਲ ਦੇ ਵਿੱਚ ਇਤਲਾਹ ਕਰਨੀ ਹੀ ਪਏਗੀ। ਸੋ ਸੰਬੰਧਿਤ ਥਾਣੇ ਦੀ ਜਿਹੜੀ ਆ ਪੁਲਿਸ ਆ ਉਹ ਵੀ ਨਾਲ ਜਾਂਦੀ ਆ। ਸੋ ਇਹ ਚੀਜ਼ਾਂ ਕਲੀਅਰ। ਜਦੋਂ ਰਾਤ ਨੂੰ 10:30 ਵਜੇ ਰੇਡ ਹੁੰਦੀ ਹੈ, 2 ਘੰਟੇ ਤੱਕ ਉਹਨਾਂ ਦੇ ਘਰ ਦੇ ਵਿੱਚ ਸਰਚ ਵੀ ਚੱਲਦੀ ਹੈ। ਉਸ ਤੋਂ ਬਾਅਦ ਜਦੋਂ 112 ਨੰਬਰ ਤੇ ਰਵੀ ਰੰਧਾਵਾ ਦੇ ਘਰ ਵੱਲੋਂ ਕੰਪਲੇਂਟ ਲਿਖਾਈ ਜਾਂਦੀ ਹੈ, ਇੱਕ ਚੌਂਕੀ ਇੰਚਾਰਜ ਆਂਦਾ ਹੈ, ਉੱਥੇ ਆ ਕੇ ਬਿਆਨ ਵੀ ਲਿਖੇ ਜਾਂਦੇ ਹਨ। ਬਿਆਨ ਲਿਖਣ ਤੋਂ ਬਾਅਦ ਜਦੋਂ ਸਵੇਰੇ ਉਹਨਾਂ ਨਾਲ ਗੱਲ ਹੁੰਦੀ ਹੈ ਤਾਂ ਉਹਨਾਂ ਦਾ ਕਹਿਣਾ ਕੀ ਹੁੰਦਾ ਕਿ ਸਾਨੂੰ ਤੇ ਬਿਆਨ ਲਿਖਾਈ ਹੀ ਨਹੀਂ ਹੈ, ਅਸੀਂ ਉੱਥੇ ਗਏ ਜ਼ਰੂਰ ਸੀਗੇ, ਸਾਨੂੰ ਬਿਆਨ ਕੋਈ ਨਹੀਂ ਲਿਖਾਏ ਗਏ, ਇਸ ਕਰਕੇ ਹਜੇ ਆਪਾਂ ਕੋਈ ਵੀ ਕਾਰਵਾਈ ਨਹੀਂ ਕਰ ਸਕੇ। ਸੋ ਇਹ ਹੈ ਸਿਸਟਮ। ਅਗਰ ਸਿਸਟਮ ਇਹੋ ਜਿਹਾ ਹੈ ਤੇ ਇਨਸਾਫ ਕਿੱਥੋਂ ਮਿਲੇਗਾ? ਅੱਜ ਦੇ ਸਮੇਂ ਬਟਾਲਾ ਪੁਲਿਸ ਦੇ ਅੰਦਰ ਤੁਸੀਂ ਜਾ ਸਕਦੇ ਹੋ, ਦੇਖ ਸਕਦੇ ਹੋ ਹਜ਼ਾਰਾਂ ਬੇਸਹਾਰਾ ਲੋਕ ਜਿਨ੍ਹਾਂ ਨੂੰ ਇਨਸਾਫ ਮਿਲਣ ਲਈ ਦਰ-ਦਰ ਭਟਕ ਰਹੇ ਨੇ। ਜਦੋਂ ਕਿਤੇ ਇਨਸਾਫ ਨਹੀਂ ਮਿਲਦਾ ਤੇ ਲਾਸਟ ਤੇ ਚੌਥਾ ਸਤੰਭ ਕਹੀ ਜਾਣ ਵਾਲੀ ਮੀਡੀਆ ਰਹਿ ਜਾਂਦੀ ਹੈ। ਜਦੋਂ ਮੀਡੀਆ ਆਵਾਜ਼ ਚੱਕਦੀ ਹੈ ਤੇ ਉਹਨਾਂ ਨੂੰ ਇਨਾਮ ਦੇ ਵਿੱਚ ਮਿਲਦੇ ਨੇ ਝੂਠੇ ਪਰਚੇ।
ਸੋ ਮੈਂ ਮਾਨਯੋਗ ਹਾਈ ਕੋਰਟ ਰਿਟ ਵੀ ਪਾ ਰਹੇ ਹਾਂ ਤਾਂ ਕਿ ਇਨਸਾਫ ਜਿਹੜਾ ਮਿਲੇਗਾ ਸਾਨੂੰ ਹਾਈ ਕੋਰਟ ਤੋਂ ਹੀ ਮਿਲੇਗਾ। ਔਰ ਕਿਤੇ ਨਾ ਕਿਤੇ ਮੈਂ ਪੁਲਿਸ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਡੀਜੀਪੀ ਸਾਹਿਬ ਔਰ ਸੀਐਮ ਪੰਜਾਬ ਹੋਰਾਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਥੋੜਾ ਧਿਆਨ ਦਿਓ। ਇੱਕ ਰਿਐਲਿਟੀ ਦੇ ਵਿੱਚ ਹੈ, ਇੱਥੇ ਰਕਸ਼ਕ ਭਕਸ਼ਕ ਬਣ ਚੁੱਕੇ ਨੇ, ਇਨਸਾਫ ਲੈਣ ਦੁਨੀਆ ਕਿੱਥੇ ਜਾਏਗੀ। ਅੱਜ ਦੇ ਸਮੇਂ ਹਜ਼ਾਰਾਂ ਲੋਕੀ ਪੰਜਾਬ ਛੱਡ ਕੇ ਫੋਰਨ ਕੰਟਰੀਆਂ ਦੇ ਵਿੱਚ ਕਿਉਂ ਜਾ ਰਿਹਾ ਹੈ? ਕਿਉਂਕਿ ਪੰਜਾਬ ਦੇ ਵਿੱਚ ਧੱਕਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਬਿਲਕੁਲ ਬਹਿਲ ਸਾਹਿਬ ਦਾ ਬਿਲਕੁਲ ਸਵਾਲ ਖੜਾ ਹੈ, ਕਿਉਂਕਿ ਜਿਹੜਾ ਹੋਮ ਡਿਪਾਰਟਮੈਂਟ ਹੈ ਉਹਦੇ ਮੰਤਰੀ ਕੌਣ ਨੇ? ਸਾਡੇ ਚੀਫ ਮਿਨਿਸਟਰ ਸਾਹਿਬ। ਇਹਦਾ ਮਤਲਬ ਹੈ ਕਿ ਉਹਦੇ ਤੇ ਵੀ ਸਵਾਲ ਖੜੇ ਹੋ ਰਹੇ ਨੇ। ਸੋ ਇਨਸਾਫ ਹਮੇਸ਼ਾ ਜਿਹੜਾ ਸੌਖਾ ਨਹੀਂ ਮਿਲਦਾ, ਪਰ ਪਰਚੇ ਬਹੁਤ ਸੌਖੇ ਮਿਲਦੇ ਨੇ। ਪਰਚਾ ਦਰਜ ਕਰ ਦਿੱਤਾ ਗਿਆ, ਇਨਸਾਫ ਦੇ ਇੰਤਜ਼ਾਰ ਦੇ ਵਿੱਚ ਨੇ ਬਹਿਲ ਸਾਹਿਬ। ਸੋ ਇਸ ਚੀਜ਼ ਨੂੰ ਜ਼ਰੂਰ ਦੇਖੋ। ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਾਂਗਾ, ਜਿਸ ਤਰ੍ਹਾਂ ਕਿ ਸਾਡੇ ਵੱਡੇ ਵੀਰ ਨੇ ਦੱਸਿਆ ਪਰਚੇ ਸੌਖੇ ਮਿਲਦੇ ਨੇ, ਨਾਲ ਮੈਂ ਵੀ ਦੱਸਣਾ ਚਾਹਾਂਗਾ ਪਰਚੇ ਸੌਖੇ ਉਹਨਾਂ ਨੂੰ ਮਿਲਦੇ ਨੇ ਜਿਹੜੇ ਬੇਗੁਨਾਹ ਹੁੰਦੇ ਨੇ, ਜਿਹੜੇ ਗੁਨਾਹਗਾਰ ਹੁੰਦੇ ਨੇ। ਮੈਂ ਇਸ ਤੋਂ ਮਾਮਲੇ ਤੋਂ ਹਟ ਕੇ ਹੈ, ਕੁਝ ਸਮਾਂ ਪਹਿਲੇ ਮੈਂ ਇੱਕ ਸਟਿੰਗ ਕੀਤਾ ਸੀਗਾ ਪਟਵਾਰੀ ਬਲਵਿੰਦਰ ਸਿੰਘ ਭਾਪੇ ਦਾ, ਜਿਸ ਦੇ ਵਿੱਚ ਬਿਲਕੁਲ ਕਲੀਅਰਲੀ ਉਹ ਰਿਸ਼ਵਤ ਦੀ ਮੰਗ ਕਰਕੇ ਰਿਸ਼ਵਤ ਲੈ ਰਹੇ ਸਨ। ਇਸ ਮਾਮਲੇ ਨੂੰ ਤਕਰੀਬਨ 5 ਮਹੀਨੇ ਹੋ ਚੁੱਕੇ ਨੇ। ਮਾਮਲਾ ਪੁਲਿਸ ਦੀ ਨਿਗਾਹ ਦੇ ਵਿੱਚ ਹੈ। ਹਜੇ ਤੱਕ ਪੁਲਿਸ ਵੱਲੋਂ ਕੋਈ FIR ਦਰਜ ਨਹੀਂ ਕੀਤੀ ਗਈ। ਡਿਪਾਰਟਮੈਂਟਲ ਇਨਕੁਆਇਰੀ ਦੇ ਵਿੱਚ ਚਾਰਜ ਸ਼ੀਟ ਹੋ ਚੁੱਕੀ ਹੈ ਕਰਪਸ਼ਨ ਦੇ ਪਰਚੇ ਦੀ। ਉਸ ਦੇ ਬਾਅਦ ਵੀ ਉਹ ਪਟਵਾਰੀ ਜਿਹੜਾ ਆਪਣੀ ਡਿਊਟੀ ਨਿਭਾ ਰਿਹਾ ਹੈ, ਆਪਣੀਆਂ ਤਨਖਾਹਾਂ ਲੈ ਰਿਹਾ ਹੈ। ਉਸ ਦੇ ਉੱਪਰ ਪਹਿਲੇ ਵੀ ਮਾਮਲੇ ਦਰਜ ਨੇ ਰਿਸ਼ਤੇਦਾਰਾਂ ਦੀ ਪ੍ਰਾਪਰਟੀ ਗਬਨ ਕਰਨ ਦੇ। ਔਰ ਜਦੋਂ ਮਾਮਲੇ ਦੀ ਤਹਿ ਤੱਕ ਅਸੀਂ ਗਏ ਤਾਂ ਇਹ ਵੀ ਪਤਾ ਲੱਗਿਆ ਉਸ ਪਟਵਾਰੀ ਨੇ ਨੌਕਰੀ ਜੁਆਇਨ ਕਰਨ ਸਮੇਂ ਫੇਕ ਫਰਜ਼ੀ ਡਾਕੂਮੈਂਟ ਲਗਾਏ ਸਨ, ਜਿਸ ਦੀ ਵੀ ਉਸ ਦੀ ਵੀ ਇਨਕੁਆਇਰੀ ਚੱਲ ਰਹੀ ਹੈ। ਲੇਕਿਨ ਉਸ ਦੇ ਬਾਅਦ ਵੀ ਠੀਕ ਹੈ ਉਹ ਆਪਣੀ ਡਿਊਟੀ ਨਿਭਾ ਰਿਹਾ ਹੈ। ਸੋ ਕਹਿਣ ਦਾ ਮਤਲਬ ਪਰਚੇ ਉਹਨਾਂ ਵਾਸਤੇ ਨੇ ਜਿਹੜੇ ਬੇਗੁਨਾਹ ਹੁੰਦੇ ਨੇ, ਜਿਹੜੇ ਗੁਨਾਹਗਾਰ ਨੇ ਉਹ ਤੇ ਸ਼ਾਨੋ ਸ਼ੌਕਤ ਦੇ ਨਾਲ ਅੱਜ ਵੀ ਆਪਣੀ ਡਿਊਟੀ ਨਿਭਾ ਰਹੇ ਨੇ ਔਰ ਤਨਖਾਹਾਂ ਵੀ ਲੈ ਰਹੇ ਨੇ। ਰੈਵਨਿਊ ਡਿਪਾਰਟਮੈਂਟ ਨੂੰ ਬਹੁਤ ਵੱਡਾ ਇੱਕ ਨੁਕਸਾਨ ਵੀ ਪਹੁੰਚਾ ਰਹੇ ਨੇ। ਬਿਲਕੁਲ ਅਸੀਂ ਗੱਲ ਕਰਾਂ, ਗੁਨਾਹ ਕੀ ਦੀ ਛਤਰਛਾਇਆ ਹੇਠ ਪਲਦਾ? ਕਾਨੂੰਨ ਦੀ ਛਤਰਛਾਇਆ ਹੇਠ। ਸਵਾਲ ਇਹ ਹੈ, ਗੁਨਾਹ ਹਮੇਸ਼ਾ ਕਾਨੂੰਨ ਦੀ ਛਤਰਛਾਇਆ ਹੇਠ ਪਲਦਾ ਹੈ। ਸੋ ਅਸੀਂ ਇਹੀ ਗੱਲ ਕਹਿੰਦੇ ਆ ਕਿ ਹਮੇਸ਼ਾ ਸਾਡੀ ਆਵਾਜ਼ ਤੁਹਾਡੇ ਲਈ। ਸੋ ਸਾਡੇ ਚੈਨਲ ਦਾ ਮੋਟਿਵ ਵੀ ਇਹੀ ਆ, ਸਾਡੀ ਆਵਾਜ਼ ਤੁਹਾਡੇ ਲਈ। ਸੋ ਅਸੀਂ ਆਵਾਜ਼ ਬਣਾਗੇ ਹਰ ਇੱਕ ਦੀ। ਸੋ ਤੁਸੀਂ ਜੁੜੇ ਰਹੋ ਨੇਸ਼ਨ ਪੋਸਟ ਨਾਲ। ਹਮੇਸ਼ਾ ਪਲ ਪਲ ਦੀ ਤੇ ਇਹੋ ਜਿਹੀਆਂ ਜਿੰਨੀਆਂ ਵੀ ਐਕਟੀਵਿਟੀਜ਼ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਉਜਾਗਰ ਕਰਦੇ ਰਹਾਂਗੇ। ਸਤਿ ਸ਼੍ਰੀ ਅਕਾਲ, ਧੰਨਵਾਦ।